ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ एही। माटी का क्या धोपै स्वामी, मानस की गत एही। सतनाम। श्री वाहिगुरु साहिब जी। बिलावल जन्म मरण का भ्रम गया, गोबिंद लिव लागी। जीवत सुन समानया, गुर साखी जागी। रहाऊ काशी ते हुन उपजै, तुन काशी जाई। काशी फूटी पंडिता, तुन कहाँ समाई। त्रिकुटी संद मैं पेखिया, कट हूँ कट जागी। ऐसी बुद्ध समाचरी, कट माहे त्यागी। आप आप ते जानिया, तेज तेज समाना। कहो कबीर अब जानिया, गोबिंद मन माना। आप आप ते जानिया, तेज तेज समाना। कहो कबीर अब जानिया, गोबिंद मन माना। वाहिगुरु जी का खालसा, वाहिगुरु जी की फतेह। जुगो जुग अटल। शब्द गुरु बाणी के बोहित, धन धन श्री गुरु ग्रंथ साहब महाराज जी की पावन हजूरी विच जुड़ बैठे सतसंगी जनों, सतगुरां ने पार किरपा की। भगतां दी बाणी दी लड़ीवार विचार इस स्थान ते चल रही है। विचार दे अधीन अज बिलावल राग दा 11वां शबद भगत कबीर साहब जी का उच्चारण किया होया। जिस शब्द के राही गल भगत कबीर साहब जी सानू समझा रहे ने कि जिस दिन साडी लिव उस अकाल पुरख वाहिगुरु के चरनां नाल जुड़ जाएगी, उस दिन साडे जीवन विच कोई भटकना, कोई भरम ये नहीं रहेगा। इसका अर्थ है कि जदों तक सानू रब्बी नेम, रब्बी मर्यादा जां फिर उस अकाल पुरख वाहिगुरु की जो समझ है वो साडे कोल नहीं है, उन्ना चिर असी जन्म मरण के गेड़ विच पै रहिंदे हां ते भटकदे रहिंदे हां। एक जन्म मरण का गेड़ है कि जिहड़ा रोज़ साडे जीवन च नवीं नवीं भटकनावां, नवे नवे कल कलेस और ऐसी विचारां उपज रही जिहड़ियां सानू हर रोज़ तंग कर रही हैं, दुखी कर रही हैं। आओ विचार करिए साडी जिहड़ी लिव है उस अकाल पुरख वाहिगुरु के चरनां नाल किवें लगे।
ਸੋ ਸਾਰਿਆਂ ਨੇ ਮਨੋਬਿਰਤੀਆਂ ਇਕਾਗਰ ਕਰਨੀਆਂ। ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਝੁਕਾਓ ਸੀਸ। ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਆਖ ਰਹੇ ਨੇ, ਜਨਮ ਮਰਨ ਕਾ ਭਰਮ ਕਿਆ, ਗੋਬਿੰਦ ਲਿਵ ਲਾਗੀ, ਜੀਵਤ ਸੁਨ ਸਮਾਨਿਆ, ਗੁਰ ਸਾਖੀ ਜਾਗੀ। ਇਹ ਪਾਵਨ ਵਚਨ ਜਿਹੜੇ ਨੇ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਨਾਲ ਸਾਂਝੇ ਕੀਤੇ। ਕਿ ਮੇਰੇ ਜੀਵਨ ਵਿੱਚ ਸਤਿਗੁਰ ਦੀ ਸਿੱਖਿਆ ਨਾਲ ਐਸੀ ਬੁੱਧ ਜਿਹੜੀ ਹੈ ਉਹ ਜਾਗ ਪਈ ਹੈ। ਪਰਮੇਸ਼ਰ ਨਾਲ ਲਿਵ ਕਿਵੇਂ ਜੁੜੇਗੀ, ਸਾਡਾ ਮਨ ਉਸਦੇ ਚਰਨਾਂ ਨਾਲ ਕਿਵੇਂ ਜੁੜੇਗਾ, ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਉਪਦੇਸ਼, ਜੋ ਬਾਣੀ ਸਾਨੂੰ ਸਤਿਗੁਰ ਨੇ ਬਖਸ਼ੀ, ਇਸ ਸਿੱਖਿਆ ਦੇ ਨਾਲ ਜੁੜਾਂਗੇ ਤੇ ਇਸ ਸਿੱਖਿਆ ਦੇ ਨਾਲ ਸਾਡੀ ਜਿਹੜੀ ਬੁੱਧ ਹੈ ਨਾ, ਜਿਹੜੀ ਸੁੱਤੀ ਹੋਈ ਹੈ, ਅਗਿਆਨਤਾ ਵਸ ਹੈ, ਇਹ ਸੁੱਤੀ ਹੋਈ ਬੁੱਧ, ਸੁੱਤੀ ਹੋਈ ਮਤ ਜਾਗ ਪਏਗੀ। ਕਿਉਂਕਿ ਅਸੀਂ ਵੇਖਦੇ ਹਾਂ, ਜਦੋਂ ਅਸੀਂ ਸੰਸਾਰ ਨੂੰ ਧਿਆਨ ਨਾਲ ਤੱਕਦੇ ਹਾਂ ਤੇ ਇੱਥੇ ਸਾਰੇ ਹੀ ਲੋਕ ਜਿਹੜੇ ਨੇ ਉਹ ਤਕਰੀਬਨ ਸੁੱਤੇ ਹੋਏ ਨਜ਼ਰ ਆਉਂਦੇ ਹਨ। ਔਰ ਜਦੋਂ ਤੱਕ ਅਸੀਂ ਅੰਦਰੋਂ ਸੁੱਤੇ ਹੋਏ ਹਾਂ, ਸੁੱਤੇ ਦਾ ਅਰਥ ਹੈ ਅਚੇਤ ਹੋਣਾ। ਸੁੱਤੇ ਦਾ ਅਰਥ ਇਹ ਨਹੀਂ ਵੀ ਜਿਹੜੇ ਅੱਖਾਂ ਬੰਦ ਕਰਕੇ ਸੋ ਰਹੇ ਨੇ, ਉਸ ਦਾ ਅਰਥ ਹੈ ਅਚੇਤ ਹੋਣਾ। ਜਦੋਂ ਤੱਕ ਅਸੀਂ ਅਚੇਤ ਹਾਂ, ਚੇਤਨ ਨਹੀਂ ਹਾਂ, ਉਹਨਾਂ ਚਿਰ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਭਟਕਣਾਵਾਂ, ਬਹੁਤ ਸਾਰੇ ਭਰਮ, ਬਹੁਤ ਸਾਰੇ ਦੁੱਖ ਜਿਹੜੇ ਨੇ ਉਹ ਸਾਡੇ ਜੀਵਨ 'ਚ ਬਣੇ ਰਹਿੰਦੇ ਹਨ। ਇਸ ਕਰਕੇ ਸਤਿਗੁਰ ਕਹਿੰਦੇ ਨੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਵਤ ਵਸਤ ਉਹ ਆਪਣੀ ਲੈ। ਭਾਵੇਂ ਘਰ ਇਹ ਹਿੜਦਾ ਹੋਵੇ, ਭਾਵੇਂ ਘਰ ਜਿਸ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਹੋਵੇ। ਮੰਨ ਲਓ ਕਿ ਘਰ ਦੇ ਸਾਰੇ ਜੀਵ ਵੀ ਸੁੱਤੇ ਹੋਏ ਨੇ, ਦਰਵਾਜ਼ੇ ਖੁੱਲ੍ਹੇ ਪਏ ਨੇ, ਘਰ ਵਿੱਚੋਂ ਕੋਈ ਵੀ ਸਮਾਨ ਕੋਈ ਆ ਕੇ ਚੁਰਾ ਸਕਦਾ ਹੈ। ਸਾਡੇ ਘਰ ਵਿੱਚ ਪਈਆਂ ਹੋਈਆਂ ਵਸਤੂਆਂ ਨੂੰ ਕੋਈ ਲੈ ਜਾ ਸਕਦਾ ਹੈ। ਪਰ ਜੇ ਘਰ ਦਾ ਕੋਈ ਜੀਅ ਜਾਗਦਾ ਹੋਵੇ, ਪਰ ਛੇਤੀ ਕਰਕੇ ਕਿਤੇ ਹਿੰਮਤ ਨਹੀਂ ਹੁੰਦੀ ਵੀ ਉਹ ਸਾਡੇ ਘਰ ਆ ਕੇ ਕੋਈ ਵਸਤੂ ਨੂੰ ਲੈ ਜਾ ਸਕੇ। ਇਸ ਤਰ੍ਹਾਂ ਹੀ ਸਾਡੇ ਅੰਦਰ ਦਾ ਹਿਰਦਾ ਹੈ, ਸਾਡਾ ਜੀਵਨ ਹੈ। ਜਦੋਂ ਅਸੀਂ ਸੁਚੇਤ ਹੋ ਜਾਵਾਂਗੇ, ਜਾਗ ਜਾਵਾਂਗੇ, ਉਸ ਵੇਲੇ ਜਾਗੇ ਹੋਏ ਮਨੁੱਖ ਦੇ ਜੀਵਨ ਵਿੱਚੋਂ ਜਿਹੜੇ ਸ਼ੁਭ ਗੁਣ ਨੇ, ਉਹਨਾਂ ਨੂੰ ਫਿਰ ਜਿਹੜੇ ਇਹ ਵਿਕਾਰ ਨੇ, ਜਿਹੜੀਆਂ ਬੁਰਾਈਆਂ ਨੇ, ਇਹ ਚੁਰਾ ਨਹੀਂ ਸਕਦੀਆਂ, ਸਾਡੇ ਉੱਤੇ ਹਾਵੀ ਨਹੀਂ ਹੋ ਸਕਦੀਆਂ। ਨਹੀਂ ਤਾਂ ਜਦੋਂ ਅਸੀਂ ਅਚੇਤ ਹਾਂ, ਚੇਤਨ ਨਹੀਂ ਹਾਂ, ਜਦੋਂ ਅਸੀਂ ਆਪਣੇ ਫਰਜ਼ਾਂ ਨੂੰ ਨਹੀਂ ਸਮਝ ਰਹੇ, ਗੁਰੂ ਦੀ ਸਿੱਖਿਆ ਦੇ ਰਾਹੀਂ ਆਪਣੀ ਬੁੱਧ ਨੂੰ, ਆਪਣੀ ਮਤ ਨੂੰ ਨਹੀਂ ਜਗਾ ਰਹੇ ਵੀ ਅਸੀਂ ਕਿੱਦਾਂ ਜੀਵਨ ਜਿਉਣਾ, ਕਿਸ ਤਰ੍ਹਾਂ ਦੀ ਜ਼ਿੰਦਗੀ ਹੋਵੇ, ਕਿੱਦਾਂ ਦਾ ਜੀਵਨ ਜਿਉਣਾ ਹੈ, ਕਿਹੜੇ ਕਿਹੜੇ ਸਾਡੇ ਫਰਜ਼ ਨੇ, ਉਦੋਂ ਤੱਕ ਅਸੀਂ ਜੀਵਨ ਦੇ ਵਿੱਚ ਹਰ ਥਾਂ 'ਤੇ ਲੁੱਟੇ ਜਾਂਦੇ ਹਾਂ। ਕਿਉਂਕਿ ਜਿਹੜਾ ਮਨੁੱਖ ਜਾਗਿਆ ਨਹੀਂ, ਉਹ ਆਪਣੇ ਫਰਜ਼ਾਂ ਵੱਲੋਂ ਵੀ ਅਚੇਤ ਰਹਿੰਦਾ ਹੈ ਕਿ ਕਿਸ ਵੇਲੇ, ਕਿਸ ਉਮਰ ਦੇ ਵਿੱਚ ਮੇਰੇ ਕਿਹੜੇ ਕਿਹੜੇ ਫਰਜ਼ ਹਨ, ਮੈਨੂੰ ਕੀ ਕੀ ਕਰਨਾ ਚਾਹੀਦਾ ਹੈ। ਔਰ ਗੁਰਬਾਣੀ ਸਾਨੂੰ ਇਸ ਪੱਖੋਂ ਹਰ ਅਵਸਥਾ ਦੇ ਵਿੱਚ ਸਾਨੂੰ ਸੁਚੇਤ ਕਰਦੀ ਹੈ। ਕਿਉਂਕਿ ਜਦੋਂ ਗੁਰੂ ਦੇਵ ਪਿਤਾ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਗੱਲ ਆਖੀ ਕਿ ਬਾਲ ਜਵਾਨੀ ਅਰ ਬਿਰਧ ਹੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਤੇ ਬਿਰਥਾ ਸਭ ਹੀ ਮਾਨ। ਭਾਵੇਂ ਉਹ ਬਚਪਨ ਹੈ, ਭਾਵੇਂ ਉਹ ਜਵਾਨੀ ਹੈ, ਭਾਵੇਂ ਉਹ ਬਿਰਧ ਅਵਸਥਾ ਹੈ, ਹਰੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਇਹ ਜਿਹੜੀ ਅਵਸਥਾਵਾਂ ਨੇ ਜੀਵਨ ਦੀਆਂ ਵਿਅਰਥ ਨੇ। ਕਿਸੇ ਵੀ ਅਵਸਥਾ ਵਿੱਚ ਅਸੀਂ ਜੀ ਰਹੇ ਹਾਂ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਵਿਅਰਥ ਕਰ ਰਹੇ ਹਾਂ ਜੇ ਅਸੀਂ ਆਪਣੇ ਫਰਜ਼ਾਂ ਨੂੰ ਨਹੀਂ ਸਮਝ ਰਹੇ।
ਹੁਣ ਜੇ ਅਸੀਂ ਚਾਹੁੰਦੇ ਕਿ ਸਾਡੀ ਲਿਵ ਜੁੜੇ, ਸਾਡਾ ਮਨ ਟਿਕੇ, ਸਾਨੂੰ ਸੱਚ ਦੀ ਸਮਝ ਆਵੇ, ਫਿਰ ਉਸ ਵਾਸਤੇ ਸੱਚ ਨੂੰ ਸਮਝਣ ਵਾਸਤੇ ਸੱਚੇ ਗਿਆਨ ਦੀ ਸਿੱਖਿਆ ਲੈਣੀ ਪੈਣੀ ਹੈ। ਜਿਹੜਾ ਸੰਸਾਰ ਦਾ ਅਸੀਂ ਗਿਆਨ ਦੇਖਦੇ ਹਾਂ, ਜੋ ਆਲੇ ਦੁਆਲੇ ਵਰਤ ਰਿਹਾ ਵਰਤਾਰਾ ਹੈ, ਉਸਨੇ ਸਾਨੂੰ ਸਹੀ ਦਸ਼ਾ ਤੇ ਦਿਸ਼ਾ ਨਹੀਂ ਦੇਣੀ। ਭਾਵੇਂ ਉਹ ਨਾਟਕਾਂ ਦੇ ਰਾਹੀਂ ਮਿਲ ਰਿਹਾ ਹੈ, ਭਾਵੇਂ ਉਹ ਫਿਲਮਾਂ ਰਾਹੀਂ ਮਿਲ ਰਿਹਾ, ਭਾਵੇਂ ਆਲੇ ਦੁਆਲੇ ਤੋਂ ਜੋ ਅਸੀਂ ਦੇਖ ਰਹੇ ਹਾਂ, ਉਸ ਗਿਆਨ ਨੇ ਸਾਨੂੰ ਉਹ ਮਤ, ਉਹ ਬੁੱਧ ਨਹੀਂ ਬਖਸ਼ਣੀ ਜਿਹੜੀ ਮਤ ਸੁਚੇਤ ਹੋਵੇ। ਸਗੋਂ ਉਸ ਗਿਆਨ ਦੇ ਰਾਹੀਂ ਤਾਂ ਅਸੀਂ ਜੋ ਅਚੇਤ ਹੋ ਜਾਂਦੇ ਹਾਂ, ਅਗਿਆਨੀ ਹੋ ਜਾਂਦੇ ਹਾਂ, ਬੇਸਮਝ ਹੋ ਜਾਂਦੇ ਹਾਂ। ਪਰ ਜਦੋਂ ਕੋਈ ਗੁਰੂ ਸਾਹਿਬ ਜੀ ਦੀ ਮਤ ਲੈ ਲੈਂਦਾ ਹੈ, ਗੁਰੂ ਸਾਹਿਬ ਦਾ ਉਪਦੇਸ਼ ਗ੍ਰਹਿਣ ਕਰ ਲੈਂਦਾ ਹੈ, ਤਾਂ ਅਸੀਂ ਕਹਿੰਦੇ ਅੱਛਾ ਇਹ ਗੱਲ ਸੀ, ਮੈਨੂੰ ਤਾਂ ਪਤਾ ਹੀ ਨਹੀਂ ਕਿ ਜੀਵਨ ਦੇ ਵਿੱਚ ਮੈਨੂੰ ਇਹ ਕੰਮ ਕਰਨਾ ਹੈ ਜਾਂ ਮੇਰੇ ਇਹ ਫਰਜ਼ ਹਨ। ਜਦੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਵਾਂਗੇ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਮੇਰੀ ਜ਼ਿੰਦਗੀ ਦੇ ਕੋਈ ਖਾਸ ਫਰਜ਼ ਮੇਰੇ ਮਾਲਕ ਨੇ ਮੈਨੂੰ ਦਿੱਤੇ ਨੇ। ਗੁਰੂ ਨੇ ਮੈਨੂੰ ਸਮਝਾਇਆ ਹੈ ਕਿ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੇ। ਅੰਮ੍ਰਿਤਸਰ ਦਾ ਅਰਥ ਹੈ ਸਾਧ ਸੰਗਤ ਵਿੱਚ ਬੈਠਣਾ, ਅੰਮ੍ਰਿਤ ਸਰੋਵਰ ਵਿੱਚ ਬੈਠਣਾ, ਜਿੱਥੇ ਕਿ ਆਤਮਿਕ ਗੁਣ ਪ੍ਰਾਪਤ ਹੁੰਦੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਗੁਰਬਾਣੀ ਗਾਉਣੀ ਹੈ, ਬਹਿੰਦਿਆਂ ਉੱਠਦਿਆਂ ਹਰੀ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖਣਾ ਹੈ, ਤਾਂ ਕਿ ਕੋਈ ਐਸਾ ਕੰਮ ਨਾ ਹੋਵੇ ਜਿਹੜਾ ਕੰਮ ਮੇਰੇ ਪ੍ਰਭੂ ਨੂੰ ਪਸੰਦ ਨਹੀਂ ਹੈ, ਉਹ ਕੰਮ ਜਿਹੜਾ ਮੇਰੇ ਗੁਰੂ ਨੂੰ ਚੰਗਾ ਨਹੀਂ ਲੱਗਦਾ। ਇਹ ਤਾਂ ਹੀ ਹੋਏਗਾ ਜੇ ਅਸੀਂ ਸੁਚੇਤ ਹੋਵਾਂਗੇ, ਜੇ ਅਸੀਂ ਜਾਗਦੇ ਹੋਵਾਂਗੇ, ਜੇ ਸਾਨੂੰ ਪਤਾ ਹੋਵੇਗਾ ਵੀ ਇਹ ਕੰਮ ਜਿਹੜਾ ਨਾ ਇਹ ਮੇਰੇ ਗੁਰੂ ਨੂੰ ਪਸੰਦ ਨਹੀਂ ਹੈ। ਜਿਵੇਂ ਅਸੀਂ ਦੇਖਦੇ ਹਾਂ ਵੀ ਸਾਡੇ ਮਾਤਾ ਪਿਤਾ ਨੂੰ ਇਹ ਚੀਜ਼ ਪਸੰਦ ਨਹੀਂ ਹੈ, ਅਸੀਂ ਯਤਨ ਕਰਦੇ ਵੀ ਉਹ ਕੰਮ ਅਸੀਂ ਨਾ ਕਰੀਏ। ਜਿਹੜੀ ਗੱਲ ਸਾਡੇ ਟੀਚਰ ਨੂੰ ਪਸੰਦ ਨਹੀਂ, ਅਸੀਂ ਚਾਹੁੰਦੇ ਹਾਂ ਕਿ ਉਹ ਕੰਮ ਅਸੀਂ ਨਾ ਕਰੀਏ, ਕਿਉਂਕਿ ਟੀਚਰ ਨੂੰ ਉਹ ਗੱਲ ਪਸੰਦ ਨਹੀਂ ਹੈ। ਅਸੀਂ ਜਿੱਥੇ ਵੀ ਵਿਚਰਦੇ ਹਾਂ, ਕੋਈ ਸਾਡਾ ਮਿੱਤਰ ਹੈ, ਜਿਹੜੀ ਗੱਲ ਉਹਨੂੰ ਪਸੰਦ ਨਹੀਂ, ਅਸੀਂ ਉਹ ਕੰਮ ਨਹੀਂ ਕਰਦੇ। ਫਿਰ ਅਸੀਂ ਦੇਖਦੇ ਹਾਂ ਬਾਕੀ ਦੁਨੀਆ ਦੇ ਵਿੱਚ ਤਾਂ ਅਸੀਂ ਉਹ ਉਸ ਤਰ੍ਹਾਂ ਹੀ ਚੱਲਣ ਦਾ ਯਤਨ ਕਰਦੇ ਹਾਂ, ਪਰ ਜਦੋਂ ਗੁਰੂ ਦੀ ਗੱਲ ਹੋਵੇ, ਪਰਮੇਸ਼ਰ ਦੀ ਗੱਲ ਹੋਵੇ, ਉੱਥੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਗੱਲ ਗੁਰੂ ਨੂੰ ਪਸੰਦ ਹੈ, ਕਿਹੜੀ ਨਹੀਂ ਪਸੰਦ ਹੈ। ਗੁਰੂ ਕਿਹੜੀਆਂ ਗੱਲਾਂ ਤੋਂ ਰੀਝਦਾ ਹੈ, ਗੁਰੂ ਮਹਾਰਾਜ ਦੀ ਜਿਹੜੀ ਪ੍ਰਸੰਨਤਾ ਹੈ ਉਹ ਕਿਹੜੀ ਗੱਲ ਤੋਂ ਪ੍ਰਾਪਤ ਹੁੰਦੀ ਹੈ। ਜਿਸ ਦਿਨ ਇਹ ਗੱਲ ਅਸੀਂ ਸਮਝਦੇ ਵੀ ਗੁਰੂ ਸਾਹਿਬ ਜੀ ਜਦੋਂ ਰੀਝਦੇ ਨੇ, ਉਹ ਰੀਝਦੇ ਨੇ ਸ਼ੁਭ ਗੁਣਾਂ ਵਾਲੇ ਮਨੁੱਖ ਦੇ ਉੱਤੇ। ਜਿਹੜਾ ਮਨੁੱਖ ਨੇ ਔਗੁਣਾਂ ਦੀ ਪੰਡ ਬੰਨੀ ਹੋਈ ਹੈ, ਔਗੁਣ ਇਕੱਠੇ ਕੀਤੇ ਹੋਏ ਨੇ, ਕਿਉਂਕਿ ਬਹੁਤਾਂ ਦੀ ਹਾਲਤ ਹੈ ਲੋਗ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਆਜੈ ਕੋਈ। ਲੋਗ ਅਵਗੁਣਾਂ ਦੀ ਪੰਡਾ ਬੰਦੇ, ਗੁਣ ਦੇ ਵਪਾਰੀ ਨਹੀਂ ਬਣਦੇ, ਗੁਣ ਵਿਆਜਦੇ ਨਹੀਂ, ਗੁਣ ਇਕੱਠੇ ਨਹੀਂ ਕਰਦੇ। ਤੇ ਗੁਰੂ ਨੂੰ ਗੁਣ ਪਸੰਦ ਨੇ। ਜਿਵੇਂ ਕਈ ਵਾਰੀ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਅਧੂਰੀਆਂ ਚੀਜ਼ਾਂ ਪਸੰਦ ਨਹੀਂ ਹਨ। ਅਧੂਰਾ ਅਰਸਿਲਾ ਕੱਪੜਾ ਹੋਵੇ ਪਸੰਦ ਨਹੀਂ ਆਉਂਦਾ, ਅਧੂਰਾ ਮਕਾਨ ਪਸੰਦ ਨਹੀਂ ਆਉਂਦਾ, ਅਧੂਰੀ ਦੁਕਾਨ ਪਸੰਦ ਨਹੀਂ ਆਉਂਦੀ, ਕੱਚਾ ਭੋਜਨ ਪਸੰਦ ਨਹੀਂ ਆਉਂਦਾ, ਕੱਚੇ ਫਲ ਪਸੰਦ ਨਹੀਂ ਆਉਂਦੇ। ਮਨੁੱਖ ਉਹੀ ਚੀਜ਼ ਪਸੰਦ ਕਰਾ ਜਿਹੜੀ ਚੀਜ਼ ਪੂਰੀ ਹੋਵੇ। ਫਲ ਪੱਕੇ ਹੋਣ, ਰੋਟੀ ਪੱਕੀ ਹੋਵੇ, ਸਬਜ਼ੀ ਸਹੀ ਬਣੀ ਹੋਵੇ, ਘਰ ਪੂਰਾ ਹੋਵੇ, ਦੁਕਾਨ ਪੂਰੀ ਹੋਵੇ, ਕੱਪੜਾ ਪੂਰਾ ਹੋਵੇ, ਸੰਗੀਤ ਦੀ ਧਨ ਪੂਰੀ ਹੋਵੇ, ਕੋਈ ਗੱਲ ਚੱਲਦੀ, ਕੋਈ ਵਿਚਾਰ ਚੱਲ ਰਹੀ ਉਹ ਪੂਰੀ ਹੋਵੇ, ਉਹਨੂੰ ਪਸੰਦ ਕਰਦਾ। ਅਧੂਰੀ ਵਿਚਾਰ ਨੂੰ, ਅਧੂਰੀ ਕਵਿਤਾ ਨੂੰ, ਅਧੂਰੇ ਸੰਗੀਤ ਦੀ ਧੁਨ ਨੂੰ ਮਨੁੱਖ ਪਸੰਦ ਨਹੀਂ ਕਰਦਾ। ਇਹੀ ਹੈ ਨਾ ਸਾਡਾ ਸਾਰਿਆਂ ਦਾ, ਅਧੂਰੀਆਂ ਚੀਜ਼ਾਂ ਸਾਨੂੰ ਪਸੰਦ ਨਹੀਂ ਹਨ। ਤੇ ਕਦੀ ਸੋਚਿਆ ਵੀ ਅਧੂਰਾ ਜੀਵਨ ਕੀ ਗੁਰੂ ਨੂੰ ਸਾਡਾ ਪਸੰਦ ਆਏਗਾ? ਜੇ ਸਾਡਾ ਜੀਵਨ ਅਧੂਰਾ ਰਹਿ ਗਿਆ, ਸਾਡੇ ਜੀਵਨ 'ਚ ਖਾਮੀ ਰਹਿ ਗਈ, ਸਾਡੇ ਜੀਵਨ 'ਚ ਕਮੀ ਰਹਿ ਗਈ, ਕਿ ਗੁਰੂ ਮਹਾਰਾਜ ਸਾਨੂੰ ਪਸੰਦ ਕਰਨਗੇ? ਜੇ ਸਾਨੂੰ ਸਾਰੀਆਂ ਚੀਜ਼ਾਂ ਪੂਰੀਆਂ ਪਸੰਦ ਨੇ, ਤਾਂ ਗੁਰੂ ਨੂੰ ਵੀ ਪੂਰਨ ਸਿੱਖ ਹੀ ਪਸੰਦ ਆਉਂਦਾ ਹੈ। ਤੇ ਪੂਰਨ ਸਿੱਖ ਕੌਣ ਹੁੰਦਾ? ਜਿਹੜੇ ਗੁਰੂ ਦੇ ਪਾਏ ਪੂਰਨਿਆਂ ਤੋਂ ਚੱਲਦਾ, ਜਿਹੜਾ ਗੁਰੂ ਕੀ ਸਿੱਖਿਆ ਨੂੰ, ਗੁਰੂ ਕੇ ਉਪਦੇਸ਼ ਨੂੰ ਆਪਣੇ ਜੀਵਨ 'ਚ ਗ੍ਰਹਿਣ ਕਰਦਾ ਹੈ ਤੇ ਗੁਰੂ ਦੇ ਮੁਤਾਬਿਕ ਆਪਣੇ ਆਪ ਨੂੰ ਤੋੜਦਾ ਹੈ। ਇਹਨੂੰ ਮਾਰ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ
गुरु की आज्ञा मन में सह। जिहड़ा गुरु की आज्ञा नूं अपने मन विच सहन करता है, ये काम थोड़ा औखा है, क्योंकि गुरु की आज्ञा नूं मन विच सहन करना, बर्दाश्त कर जाना, गुरु का आख्या मन लेना। क्योंकि जिहड़ा मनमुख इंसान हुंदा है, गुरु का आख्या उसनूं जिहड़ा ना वो बड़ा औखा हुंदा है मनना। गुरु का आख्या सुखावे नहीं, उन्होंने चंगा नहीं लगता। गुरु साहब कहते, धन गुरु रामदास महाराज गोड़ी की वार देंदा कि जदों गुरु कुछ कहता ना, उन्होंने चंगा नहीं लगता वो काम, जिहड़ा काम गुरु ने कहा भी ये काम करया कर, सच बोलिया कर, किसी निंदा ना करया कर, किसी नूं माड़ा ना आख्या कर, किसी दा बुरा ना कर, किसी दी निंदा ना कर। गुरु ने सारियां यही गल्लां सानूं दृढ़ करानियां, और इन्हां गल्लां दा असीं अभ्यासी होना जीवन विच। हुण जिस दिन ये गल्लां साडे जीवन का आधार बन गईयां, गुरु साहब के उपदेश सदका साडी सुत्ती हुई अचेत मत जाग पई। दो तरह के इंसान ने, एक वो है जिहड़ा कि अज्ञानता की निंदर विच सुत्ता होया, और एक वो है जिसने गुरु साहब का ज्ञान जीवन च धारण कर लिया। तो जिन्हें ज्ञान धारण किया उसनूं गुरु साहब ने आख्या, सहजे जागै सहजे सोवै, गुरमुख अंदिन उस्तत होवै। पर दूजे पासे मनमुख भरमै सहसा होवै, अंतर चिंता नींद न सोवै। ज्ञानी जागै सवै सवाए, नानक नाम रतियां बल जाऊं। जिहड़े नाम च रते गए मैं उन्हां तो बलिहार हाँ। इत्थे भगत कबीर साहब अज दे शब्द विच इह गल समझाना चाहते हैं कि हुण खेड बनी, मेरे अंदर सतगुरु की सिक्ख्या नाल ऐसी बुद्ध जाग पई है कि मेरे जन्म मरण की भटकना मुक गई। कबीर साहब ने ताई कह दिता कि बाहुर हम काहे आवेंगे, आवन जाना हुक्म तसै का, हुक्म बुझ समावेंगे। कहते हुण मैं मुड़ के नहीं आना, क्योंकि आना जाना परमात्मा का हुक्म सी, उहदे हुक्म विच ये वरतारा वरत रहा सी, ते हुण मैं आना नहीं, क्योंकि इस हुक्म नूं मैं बुझ लिया। इसका अर्थ है कि असीं गुरु साहब के हुक्म नूं ही बुझना है, रबी रजा नूं ही समझना है। और जिमें जिमें असीं बाणी नाल जुड़ांगे सानूं गल समझ आवेगी कि ये जो वरतारा वरत रहा संसार विच, ये सब हुक्म के अंदर ही हो रहा है। ये गल वखरी है कि मनुख अपनी सियाणप नाल मेरे प्रभु के वरत रहे वरतारे नूं बदलण की कोशिश करता है, पर यह गल सच जाणियो, मनुख वरत नहीं पाउंदा। जे किते मनुख के हत्थ विच ये खेड हुंदी ना, तो हर एक मनुख अपने आप की मन मर्जी के संसार रच लैंदा थे, अपने मन मर्जी का संसार बना लैंदा। पर गुरु साहब कहते ने, कहो मानुख ते क्या होए आवे, जो तिस भावै सोई करावै, इसके हाथ होए तां सब किस ले। कई बार ज़्यादा चिंता च ना रहा करो भी असीं ये कर लेंदे, असीं इदां कर लेंदे, असीं इदां कर लेंदे। गुरु साहब कहते तेरे हत्थों मैं तां कर दां दो। एवें भरमां विच पिया होया मनुख भी मैं ये कर लेना सी, मैं इदां कर लेना सी, मैं ये कर लेना सी। वो तेरी सियाणप हो सकती है, तेरी चलाकी हो सकती है, तेरे मन की चंचलता हो सकती है। कई बार साडा मन बड़े चंचलता करता है, पर गुरु साहब बड़ा स्पष्ट कहते हैं, कहो मानुख ते क्या होए आवे, जो तिस भावै सोई करावे, इसके हाथ होए तो सब किस दे, जो तिस भावै सोई करे। जो इनू भाउंदा वही करदा है, पर इहदे हत्थ विच तां वो भी नहीं, जो ये भावे इनू वही करे, ऐसा भी नहीं है। फिर मार कहते अनजानत विख्या में रचै, जे जानत आपन आप बचै। ये अनजानत अज्ञानता विच विख्या विच रहता है, जे जानता होवे तो अपने आप नूं बचा लवे। पर इन्हूं पता ही नहीं लगता जो ये विख्या नाल जुड़ता है, जो नासवंत पदार्थां नाल जुड़ता है, जो माया नाल सांझ बनाउंदा है, उस वेले तो इन्हूं पता ही नहीं हुंदा भी ये जिहड़ियां चीज़ां जिन्हां च मैं गलतान हो रहा कल नूं मैनूं दुख देणगियां। ये तो मनुख के चित चेते विच भी नहीं, सगों वो चीज़ां नूं बड़ी स्वादलियां लगदियां, बड़ियां चंगियां लगदियां भी अज मौजां माण लवां, अज ये सुख लै लवां। पर इस नूं पता नहीं इस गल का भी जिहड़ा सुख तू मान रहे हैं, जिहड़े स्वादां विच तू पिया, ये स्वाद कल नूं तेरे वास्ते दुखदाई होणगे।
क्योंकि जेते रस तेते तैं चाखे, निमक ना तृष्णा तेरी लाथे। जितने रस तू चख रहा ना, तेरी तृष्णा घटनी नहीं है, ये तो वधी जानी है। पर असी अनजान हाँ, अचेत हाँ, ये भी खेड़ मालक दी है। ਅਸੀਂ ਸੁਚੇਤ ਹੋ ਸਕਦੇ ਹਾਂ ਜੇ ਗੁਰੂ ਸਾਹਿਬ ਦੀ ਸਿੱਖਿਆ। ਭਗਤ ਕਬੀਰ ਸਾਹਿਬ ਕਹਿੰਦੇ ਜਿਵੇਂ ਮੇਰੇ ਅੰਦਰ ਗੁਰੂ ਸਾਹਿਬ ਦੀ ਸਿੱਖਿਆ ਨਾਲ ਮੇਰੀ ਜਿਹੜੀ ਸੁੱਤੀ ਹੋਈ ਬੁੱਧ ਸੀ ਉਹ ਜਾਗ ਪਈ। ਜਦੋਂ ਗੁਰੂ ਸਾਹਿਬ ਦਾ ਉਪਦੇਸ਼ ਪੜਾਂਗੇ, ਬਾਣੀ ਪੜਾਂਗੇ, ਜਿਹੜੀ ਗੱਲ ਸਾਡੇ ਦਿਮਾਗ ਵਿੱਚ ਨਹੀਂ ਹੈ ਉਹ ਸਾਡੇ ਦਿਮਾਗ ਵਿੱਚ ਆ ਜਾਏਗੀ ਵੀ ਗੁਰੂ ਸਾਹਿਬ ਜੀ ਨੇ ਇੱਦਾਂ ਦੱਸਿਆ ਸਾਨੂੰ। ਔਰ ਜਦੋਂ ਸਾਡੇ ਦਿਮਾਗ ਵਿੱਚ ਉਹ ਗੱਲਾਂ ਆ ਗਈਆਂ ਨਾ ਤੇ ਸਾਡੀ ਭਟਕਣਾ ਮੁੱਕ ਜਾਣੀ ਹੈ। ਕਿਉਂਕਿ ਇਹ ਗੱਲਾਂ ਸਾਡੇ ਦਿਲ ਦਿਮਾਗ ਵਿੱਚ ਨਹੀਂ ਹਨ। ਗੁਰੂ ਨੇ ਸਾਡੀ ਸੁੱਤੀ ਹੋਈ ਮਤ ਨੂੰ, ਸਾਡੀ ਬੁੱਧ ਨੂੰ ਜਗਾ ਦੇਣਾ ਜਦੋਂ ਉਪਦੇਸ਼ ਦੇਣਾ ਆਪਣਾ। ਸਾਡੇ ਵਿੱਚ ਤੇ ਪਿਆਰਿਓ ਗੁਰੂ ਵਿੱਚ ਇਤਨਾ ਕੋ ਫਾਸਲਾ ਹੈ ਕਿ ਸਤਿਗੁਰ ਜਾਗਤਾ ਹੈ ਦੇਵ, ਸਤਿਗੁਰ ਜਾਗਤਾ ਦੇਵਤਾ ਹੈ, ਅਸੀਂ ਸੁੱਤੇ ਹੋਏ ਹਾਂ। ਸਤਿਗੁਰ ਜਾਗ ਰਿਹਾ, ਅਸੀਂ ਸੁੱਤੇ ਹੋਏ ਹਾਂ। ਜਿੰਨਾ ਅਸੀਂ ਵੀ ਜਾਗ ਗਏ ਅਸੀਂ ਗੁਰੂ ਵਿੱਚ ਅਭੇਦ ਹੋ ਜਾਵਾਂਗੇ। ਮੈਂ ਕਈ ਵਾਰੀ ਬੇਨਤੀ ਕਰਦਾ, ਜਾਗਦੇ ਦਾ ਤੇ ਸੁੱਤੇ ਦਾ ਕਦੀ ਸੰਬੰਧ ਨਹੀਂ ਬਣਦਾ। ਜਿਹੜਾ ਸੁੱਤਾ ਹੋਇਆ ਉਸ ਨੂੰ ਜਾਗਣਾ ਪੈਣਾ, ਉਸ ਤੋਂ ਬਿਨਾਂ ਸੰਬੰਧ ਨਹੀਂ ਬਣ ਸਕਦਾ। ਅਸੀਂ ਕਹੀਏ ਵੀ ਅਸੀਂ ਸੁੱਤੇ ਰਹੀਏ ਤੇ ਦੂਜਾ ਜਾਗਦਾ ਹੈ ਤੇ ਸਾਡਾ ਜੀਵਨ ਦਾ ਕੋਈ ਸੰਬੰਧ ਬਣ ਜਾਏ, ਸਾਡੀ ਮਤ ਸੁੱਤੀ ਹੋਈ ਹੈ, ਗੁਰੂ ਨਾਲ ਸਾਡਾ ਸੰਬੰਧ ਬਣ ਜਾਏ, ਨਹੀਂ ਬਣੇਗਾ। ਪਰ ਜਦੋਂ ਗੁਰੂ ਸਾਹਿਬ ਦਾ ਉਪਦੇਸ਼ ਬਾਰ-ਬਾਰ ਸੁਣਾਂਗੇ, ਗੁਰੂ ਕੀ ਸਿੱਖਿਆ ਬਾਰ-ਬਾਰ ਸੁਣਾਂਗੇ, ਗੁਰੂ ਸਾਹਿਬ ਦਾ ਉਪਦੇਸ਼ ਸਾਨੂੰ ਆਖੇਗਾ ਤੂੰ ਸੰਸਾਰ 'ਚ ਪਤਾ ਕਿਉਂ ਆਇਆ। ਤੇ ਮਤ ਦੇ ਅੰਦਰ ਇੱਕ ਵਿਚਾਰ ਪੈਦਾ ਹੁੰਦੀ ਹੈ, ਮੈਂ ਕਿਉਂ ਆਇਆ ਸੰਸਾਰ 'ਚ, ਮੇਰਾ ਆਉਣ ਦਾ ਕਾਰਨ ਕੀ ਹੈ। ਤੇ ਗੁਰੂ ਸਾਹਿਬ ਕਹਿਣਗੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਤੂੰ ਕਿਸੇ ਨਾਮ ਰੂਪੀ ਜਲ ਦੇ ਕਾਰਨ ਹੈ ਸੰਸਾਰ ਦੇ ਵਿੱਚ ਆਇਆ। ਜਲ ਰੂਪੀ ਨਾਮ ਰੂਪੀ ਖਜ਼ਾਨਾ, ਅੰਮ੍ਰਿਤ ਨਾਮ ਜਿਹੜਾ ਨਾਮ ਰੂਪੀ ਖਜ਼ਾਨੇ ਵਾਸਤੇ, ਨਾਮ ਨੂੰ ਇਕੱਠਾ ਕਰਨ ਵਾਸਤੇ ਇਸ ਸੰਸਾਰ ਵਿੱਚ ਆਇਆ। ਅੱਛਾ, ਮੈਂ ਸੰਸਾਰ ਵਿੱਚ ਨਾਮ ਵਾਸਤੇ ਆਇਆ, ਮੈਂ ਸੰਸਾਰ ਵਿੱਚ ਬਾਣੀ ਪੜ੍ਹਨ ਵਾਸਤੇ ਆਇਆ, ਮੈਂ ਸੰਸਾਰ ਵਿੱਚ ਰੱਬ ਨੂੰ ਮਿਲਣ ਵਾਸਤੇ ਆਇਆ। ਤੇ ਅੰਦਰ ਇੱਕ ਸਵਾਲ ਪੈਦਾ ਹੋਏਗਾ, ਉਹ ਨਾਮ ਮਿਲਦਾ ਕਿੱਥੇ ਹੈ ਜਿਸ ਵਾਸਤੇ ਮੈਂ ਸੰਸਾਰ 'ਚ ਆਇਆ। ਤੇ ਗੁਰੂ ਮਹਾਰਾਜ ਕਹਿੰਦੇ ਨੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਜਿਹੜਾ ਨਾ ਉਹ ਗੁਰੂ ਕੋਲ ਹੈ, ਜਿਸ ਵਾਸਤੇ ਤੂੰ ਸੰਸਾਰ 'ਚ ਆਇਆ, ਜਿਹਦੀ ਪ੍ਰਾਪਤੀ ਲਈ ਸੰਸਾਰ ਵਿੱਚ ਆਇਆ, ਉਹ ਜਿਹੜਾ ਅੰਮ੍ਰਿਤ ਹੈ ਉਹ ਗੁਰੂ ਕੋਲ ਮਿਲੇਗਾ। ਮੈਂ ਤਾਂ ਰੋਜ਼ ਆਉਂਦਾ ਗੁਰਦੁਆਰੇ, ਮੈਨੂੰ ਤਾਂ ਮਿਲਿਆ ਨਹੀਂ। ਮੈਂ ਤਾਂ ਭੇਟਾ ਵੀ ਚਾੜਦਾ, ਮੈਂ ਤਾਂ ਪਾਠ ਵੀ ਕਰਦਾ, ਮੈਂ ਕੀਰਤਨ ਵੀ ਕਰਦਾ, ਮੈਂ ਕਥਾ ਵੀ ਕਰਦਾ, ਪਰ ਮੈਨੂੰ ਤਾਂ ਮਿਲਿਆ ਨਹੀਂ। ਮਨ ਕਹਿੰਦੇ ਮਿਲੇਗਾ, ਪਰ ਜਿਸ ਢੰਗ ਨਾਲ ਤੂੰ ਪਾਠ ਕਥਾ ਕੀਰਤਨ ਮੱਥਾ ਟੇਕ ਰਿਹਾ ਉਸ ਤਰੀਕੇ ਨਾਲ ਨਹੀਂ। ਤੇ ਮੱਥਾ ਵੀ ਕਿਤੇ ਹੋਰ ਢੰਗ ਨਾਲ ਟੇਕਣਾ। ਕਹਿੰਦੇ ਹਾਂ ਮਹਾਰਾਜ, ਕਹਿੰਦੇ ਹੋਰ ਢੰਗ ਹੈ। ਕਹਿੰਦੇ ਜਦੋਂ ਤੂੰ ਗੁਰੂ ਦੇ ਦਰ 'ਤੇ ਆਵੇਂ ਨਾ, ਕੁਝ ਚੀਜ਼ਾਂ ਤੈਨੂੰ ਛੱਡਣੀਆਂ ਪੈਣੀਆਂ। ਮਹਾਰਾਜ ਦੱਸੋ ਕਿਹੜੀਆਂ। ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਇਹ ਤੈਨੂੰ ਛੱਡਣਾ ਪੈਣਾ। ਜਿਹੜਾ ਤੂੰ ਵੇਸ ਬਣਾਇਆ ਹੋਇਆ ਨਾ, ਇਸ ਭੁਲੇਖੇ ਜਿਹੜਾ ਮੈਂ ਧਰਮੀ ਬਣ ਗਿਆ, ਧਰਮੀ ਵੇਸ ਹੈ ਤੇਰਾ, ਜੇ ਧਰਮੀ ਨਹੀਂ ਬਣਿਆ। ਛੋਡੋ ਵੇਸ ਭੇਖ, ਜਿਹੜਾ ਭੇਖ ਧਾਰਨ ਕੀਤਾ ਹੋਇਆ, ਜਿਹੜੀ ਚਤੁਰਾਈ ਕਰਕੇ ਤੂੰ ਗੁਰੂ ਦੇ ਦਰ 'ਤੇ ਆ ਰਿਹਾ, ਜਿਸ ਚਲਾਕੀ ਨਾਲ ਆ ਰਿਹਾ। ਮਾਫ਼ ਕਰਨਾ, ਸਾਡਾ ਮਨ ਸਾਨੂੰ ਬੜੀ ਚਲਾਕੀ ਨਾਲ ਗੁਰੂ ਦੇ ਦਰ 'ਤੇ ਲੈ ਕੇ ਆ ਰਿਹਾ। ਸਾਡਾ ਮਨ ਕਹਿੰਦਾ ਇੱਥੇ ਇਹ ਦਾਤ ਮੰਗ ਲੈ, ਸਾਡਾ ਮਨ ਕਹਿੰਦਾ ਇੱਥੇ ਇਹ ਮੰਗ ਲੈ, ਸਾਡਾ ਮਨ ਕਹਿੰਦਾ ਇਹ ਮੰਗ ਲੈ। ਸਾਡਾ ਮਨ ਕਦੀ ਨਹੀਂ ਕਹਿੰਦਾ ਤੂੰ ਨਾਮ ਮੰਗਿਆ ਕਰ। ਕਦੀ ਨਹੀਂ ਕਹਿੰਦਾ ਸਾਡਾ ਮਨ ਕਿ ਜਿਸ ਦਾ ਤੂੰ ਜੋਤ ਸਰੂਪ ਹੈ ਉਸ ਨੂੰ ਮੰਗ ਲੈ। ਸਾਡਾ ਮਨ ਕਾਮ ਮੰਗਦਾ, ਮੰਗਣਾ ਚਾਹੀਦਾ ਰਾਮ। ਸਾਡਾ ਮਨ ਸੰਸਾਰ ਦੇ ਧਨ ਪਦਾਰਥ ਮੰਗਦਾ, ਮੰਗਣਾ ਚਾਹੀਦਾ ਸੀ ਉਸ ਦਾ ਨਾਮ, ਪਰ ਨਹੀਂ ਮੰਗਦਾ। ਕਿਉਂਕਿ ਇਹ ਤਾਂ ਮਨ ਦੀ ਚਲਾਕੀ ਹੈ, ਇਹ ਚੰਚਲਤਾ ਹੈ, ਚਤੁਰਾਈ ਹੈ।
ਤੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ ਦੁਵਿਧਾ ਇਹ ਫਲ ਨਾਹੀਂ ਜਿਉ। ਜਿੱਥੇ ਦੁਵਿਧਾ ਹੈ ਉੱਥੇ ਇਹ ਫਲ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਪਾਓ ਕਿ ਦੁਵਿਧਾ ਵਿੱਚ ਇਹ ਫਲ ਨਹੀਂ ਮਿਲਦਾ। ਤੇਰੇ ਅੰਦਰ ਤਾਂ ਦੂਜੇ ਤੇ ਹੀ ਬੜੇ ਨੇ। ਤੂੰ ਤਾਂ ਜੇ ਇਹ ਵੀ ਕਲੀਅਰ ਨਹੀਂ ਕਰ ਸਕਿਆ ਵੀ ਜਿਸ ਦਾਤੇ ਦੇ ਦਰ ਤੇ, ਜਿਸ ਗੁਰੂ ਦੇ ਦਰ ਤੇ ਮੈਂ ਆਉਂਦਾ ਉਹ ਮੇਰੀਆਂ ਮੁਰਾਦਾਂ ਪੂਰੀਆਂ ਕਰ ਦੇਗਾ। ਜਿਸ ਗੁਰੂ ਦੇ ਦਰ ਤੇ ਆਉਣਾ ਉਸ ਗੁਰੂ ਨੇ ਮੈਨੂੰ ਜੀਵਨ ਦਾਨ ਦੇਣਾ, ਉਸਨੇ ਕਿਰਪਾ ਕਰਨੀ ਹੈ, ਮੈਨੂੰ ਦੱਸਣਾ ਸਾਰਾ ਕੁਝ। ਸਗ ਸੰਗ ਕੇ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ। ਔਰ ਉਸੇ ਅੱਜ ਦੇਖੋ ਕਿ ਕਿਤਨੇ ਲੋਕ ਸਗ ਸੰਕਿਆਂ ਵਿੱਚੋਂ ਆਸੇ ਪਾਸੇ ਭਟਕ ਰਹੇ। ਕੋਈ ਕਿਸੇ ਬਾਬੇ ਕੋਲ ਜਾ ਰਿਹਾ, ਕੋਈ ਕਿਸੇ ਬਾਬੇ ਕੋਲ ਜਾ ਰਿਹਾ। ਔਰ ਹੈਰਾਨੀ ਦੀ ਗੱਲ ਵੀ ਅਸੀਂ ਉਹਨਾਂ ਕੋਲ ਜਾ ਰਹੇ ਹਾਂ ਜਿਨ੍ਹਾਂ ਆਪਣੇ ਕੋਲ ਕੋਈ ਸ਼ਾਂਤੀ ਨਹੀਂ ਹੈ, ਉਹਨਾਂ ਕੋਲੋਂ ਸ਼ਾਂਤੀ ਮੰਗਣ ਜਾਂਦੇ। ਜਿਨ੍ਹਾਂ ਦੇ ਆਪਣੇ ਕੋਈ ਕਾਰੋਬਾਰ ਨਹੀਂ, ਅਸੀਂ ਉਹਨਾਂ ਕੋਲੋਂ ਕਾਰੋਬਾਰ ਮੰਗਣ ਜਾਂਦੇ। ਔਰ ਅਸੀਂ ਕਈ ਵਾਰੀ ਭੁਲੇਖਾ ਖਾ ਜਾਂਦੇ ਵੀ ਸ਼ਾਇਦ ਬਾਬੇ ਦੇ ਕੋਲ ਕੁਝ ਹੈ। ਸਾਨੂੰ ਇਤਨਾ ਵੱਡਾ ਬਾਬਾ ਦੇਖਿਆ ਦਿੱਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਬਾਬਾ ਦਿੱਤਾ ਸਾਨੂੰ, ਉਹਦੇ ਤੇ ਭਰੋਸਾ ਨਹੀਂ ਸਾਨੂੰ। ਮੈਨੂੰ ਮਾਫ ਕਰਨਾ, ਜਿਤਨਾ ਪਿਆਰ ਨਾਲ ਅਸੀਂ ਕਿਸੇ ਸਰੀਰ ਨੂੰ ਮੱਥਾ ਟੇਕਦੇ ਹੁੰਦੇ, ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਟੇਕਦੇ ਸੀ। ਜਿਤਨੀ ਭੇਟਾ ਅਸੀਂ ਕਿਸੇ ਸਰੀਰ ਦੇ ਅੱਗੇ ਭੇਟਾ ਕਰਦੇ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਕਰਦੇ। ਜਿਤਨੇ ਪਿਆਰ ਨਾਲ ਬਾਬਾ ਜੀ ਕਿਸੇ ਬੰਦੇ ਨੂੰ ਕਹਿੰਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉਤਨੇ ਪਿਆਰ ਨਾਲ ਨਹੀਂ ਕਹਿੰਦੇ ਸੀ। ਸਾਨੂੰ ਬੰਦੇ ਸਰਵੋਪਰੀ ਲੱਗਦੇ ਵੀ ਇਹ ਤੇ ਬਾਬਾ ਜੀ ਨੇ। ਮੈਨੂੰ ਮਾਫ ਕਰਨਾ, ਅਸੀਂ ਕਈ ਵਾਰੀ ਨਾ ਪਾਖੰਡੀ ਜੀਵਨ ਦੇ ਵਿੱਚ ਬਹੁਤ ਗਲਤਾਨ ਹੋ ਚੁੱਕੇ ਹਾਂ। ਬਾਬਾ ਜੀ ਬੱਚੇ ਦੇ ਸਿਰ ਤੇ ਹੱਥ ਰੱਖ ਦਿਓ, ਕੀ ਹੋ ਜਾਏਗਾ ਹੱਥ ਰੱਖਣ ਨਾਲ? ਹੱਥ ਗੁਰੂ ਰੱਖੇ ਨਾ, ਗੁਰੂ ਗ੍ਰੰਥ ਸਾਹਿਬ ਜੀ ਰੱਖਣ ਨਾ, ਗੁਰੂ ਰੱਖਦਾ। ਪਰ ਅਸੀਂ ਬੰਦਿਆਂ ਦੇ ਹੱਥ ਰਖਾ ਕੇ ਖੁਸ਼ ਹੁੰਦੇ ਵੀ ਸ਼ਾਇਦ ਬੰਦਾ ਹੱਥ ਰੱਖ ਦੇਗਾ ਵੀ ਸ਼ਾਇਦ ਕੋਈ ਖੇਡ ਬਣ ਜਾਏਗੀ। ਅਸੀਂ ਗੁਰੂ ਨਾਲ ਜੁੜੀਏ, ਅਸੀਂ ਗੁਰਬਾਣੀ ਨਾਲ ਜੁੜੀਏ, ਕਿਉਂਕਿ ਜੇ ਗੁਰੂ ਨਾਲ ਜੁੜਾਂਗੇ तो गुरु का उपदेश भी प्यारा लगेगा। जे गुरु नाल नहीं जुड़ांगे, माफ़ करना, फिर बाबे नाल जुड़ांगे, बाबे का उपदेश प्यारा लगेगा, फिर गुरु का उपदेश प्यारा नहीं लगना। इस करके भगत कबीर साहब ने जिस गहराई में अज दे शब्द में सानू आख्या, कहते जदों सतगुर की सिक्ख्या नाल मेरी सुती हुई मत जिहड़ी सी ना वो जाग पई। एक मैं बेनती करा, मत साडे सारियां दे कोल है। रब ने सानू इंसानी जामे विच मत दे के भेजा, सारियां कोल मत है। कोई ऐसा नहीं जिन्हों मत दे के नहीं भेजा, सारियां कोल मत है। पर कई बारी तो असीं अपनी मत नूं वरतदे ही नहीं ना। जो मत बंदे कोल पशु कोल नहीं है। पर जे असीं नहीं वरतांगे तो पशु तो भी थले चले जावांगे। इस करके कई बार तुसीं वेखोगे ना, बहुत सारे काम पशु दे ते बंदे दे आपस में मिलते हैं। देखो पशु भी खुराक खांदा है, असीं भी खुराक खांदे हैं। कई बार तो वह भी खा लैंदे जिहड़ी गल गुरु ने रोकी सी, और सानू मत है, पता है भी ये चीज़ नुकसानदायक असीं खाई जा रहे हैं। पशु भी पानी पींदा, असीं पी रहे, असीं वो पी रहे जिहड़ा कि साडे शरीर नूं गालण वाली चीज़ां ने। सानू पता भी ये नुकसानदायक है, असीं करी जा रहे हैं। फिर भी पशु भी गर्मी सर्दी मनदा, असीं भी मनदे हैं। पर कुछ काम तुसीं वेखोगे पशु नहीं कर रहे जितना अज दा मनुख गिर चुके। जित खाई दे विच ओगुणां दी विकारां दी मनुख डिग्या, पशु नहीं डिगे उन्हें। असीं पशुआं तो भी थले चले गए और कहने भी असीं मत दे मालक है, साडे कोल मत है, साडे कोल ज्ञान है। पर जे किते पशुआं तो भी थले साडे कर्म चले जान, फिर तो सोचण वाली गल है। इसदा अर्थ है कि साडी बुद्ध, साडी मत जिहड़ी है वो जागी नहीं है। जागेगी सतगुर की सिक्ख्या लैके, और जरूरी नहीं, माफ़ करना, भी एक दिन च जाग पवे। हाँ, एक खिन विच भी जाग सकती है, ये गुरु की मर्जी है। पर सतगुर ने यह भी कहा कि रंग लागत 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 है। रंग लगद्यां लगद्यां लगदा है। रंग लगेगा जरूर तैनूं,
पर समा लगेगा। तू गुरु दे दहलीज ते आते सही, गुरु दे दर ते आके नतमस्तक होते सही, गुरु की हजूरी विच आके बैठता सही, खेड़ बन जाएगी। और केवल बुद्ध जागण की लोड़ है। और गुरु दर ते हुंदा ही ये काम है, तिथ है, घड़ी है, सुरत, मत, मन, बुद्ध। गुरु दे दर ते आउण वालियां दी गुरु 3-4 चीज़ां घट दिंदा है। उहदी सुरती घट दिंदा है, उहदी मत घट दिंदा है, उहदी बुद्ध घट दिंदा, उहदा मन घट दिंदा है। सारियां नूं घट के ना एक तस्वीर बना दिंदा है। इन्हां सारियां नूं घट के इन्हां दे सामने एक तस्वीर पेश करदा है भी तुसीं रब दे रूप होना है, परमेश्वर नाल जुड़ना है। तो भगत कबीर साहब कहते हुण खेड बन गई कि गुरु की सिक्ख्या के नाल मत जाग पई है, तो मेरी जन्म जन्मांतरां की जिहड़ी भटकना है वो मुक गई है। तो फिर की होया, प्रभु चरनां विच मेरी सुरत जुड़ गई है। चरण कमल संग लागी, उहदे चरना कमलों नाल मेरा प्यार पै गया वाहिगुरू जी दे नाल। ते होर की होया, कहंदे मैं जगत विच विचरदा होया उस हालत विच टिकिया रहिंदा हाँ जिथे माया दे फुरने नहीं हैं, जिन्हों कि सुन्न अवस्था कहते हैं, जीरो, जिथे कोई फुरना नहीं। सुन्न दा अर्थ है शून्य पाओ, जिथे कोई फुरना नहीं, जिथे सारे फुरने सारे ख्याल जीरो हो गए हैं। तो भगत कबीर साहब ने इत्थे यही विचार साडे सामने रखी, कहन लगे, कहंदे हुण वो अवस्था बन गई जीवत सुन्न समान्या, ते मैं जीवदिया होया हुण सुन्न अवस्था विच टिक गया, पाओ कि हुण जीवदिया होया मेरे जीवन विच माया वाले जिहड़े फुरने ने ना वो सारे समाप्त हो गए हैं। मेरे अंदर कोई माया का फुरना नहीं चलता। भगत कबीर साहब कहते ये सारी गल गुरु की सिक्ख्या के राही जो बुद्ध जागी उदों बनी है सारी, क्योंकि जो साड़ी मत जाग जाएगी, जो सानू सोझी हो जाएगी, उदों सानू पता चल जाएगा भी ये जितने भी सुपने या जिहड़े भी ख्याल साडे अंदर चलते हैं ना माया वाले, सानू यही दुखी कर रहे हैं। माया दुखी नहीं कर रही। किसी की कार किसी को कोई दुखी नहीं कर रही, किसी का घर किसी को कोई दुखी नहीं कर रहा, किसी का तन किसी को कोई दुख नहीं कर रहा। बने हुए जिहड़े ख्याल ने वो दुखी कर रहे हैं। चीज़ां दुखी नहीं कर रही, वस्तुआं दुखी नहीं कर रही सानू। साडे अंदर बन रहे जिहड़े बेफजूल दे विचार ने, फुरने ने, वो सानू तंग करी जा रहे हैं सारिਆਂ ਨੂੰ। देखो ना तुसी अपने फुरना विच कितना कुछ असी बना लैंदे आ, कितना कुछ बिगाड़ लैंदे आ। अंदर ही अंदर सब कुछ इकट्ठा कर लैंदे, अंदर अंदर सब कुछ नाश हो जाता है। वो चीज़ां सानू दुख दे रही। किसी को जितना मर्जी धन होवे, पर तुसी ये फुरना ना बनाओ उसदे कोल बड़ा धन है, वो बड़ा सुखी है, तुसी दुखी नहीं होवोगे। पर तुसी ये गल बना ली वो बड़ा सुखी है, उहदे कोल बड़ा धन है, बड़े पदार्थ ने, मेरे कोल घट है। जदों ये फुरना बना लिया तो थानू दुखी होने तो कोई रोक नहीं सकेगा, तुसी दुखी हो जाओगे। इस करके सियाणिਆਂ ने एक गल आखी कि मनुख अपने दुख तो दुखी नहीं, दूजे दे सुख तो दुखी है। क्योंकि सुरत दे विच बार बार वो गल दा फुरना चलना, वो विचार हर वेले चलने, और हर वेले अंदर ही अंदर उहदे विच ही दुखी होई जाना भी मेरे कोल घट क्यों है, मेरे कोल घट क्यों है, उहदे कोल वध है, वो तो बड़ा सुखी है, मैं तो बड़ा दुखी हाँ। रियल विच देखांगे तो सारिया चीज़ां उत्थे खलोतियां हुई, सारिया सहूलतां उत्थे खलोतियां हुई, किते भी ना सहूलत घट रही इस गल तो ना वध रही है। इस गल सोचने नाल कोई सहूलत वधते नहीं जानी है जी, कोई सहूलत नहीं वध रही। वो सारिया चीज़ां उत्थे ही खलोतियां। इस करके भगत जी फिर कहते ने, कहते कांसी ते तुन उपजै तुन कांसी जाई। कांसी का अर्थ है कहें का भांडा। आखन लगे जिवें कहें दे भांडे नूं ना ठणकाओ, ठणकन दे नाल उसदे विचों एक धुनी उपजदी है, ठन ठन की आवाज़ आती है। तो जदों बजाना छड्ड दो तो आवाज़ बंद हो जाती है। ठन ठन की आवाज़ उस भांडे विच ही समा जाती है। इस तरह जदों तक असीं मायक पदार्थां दीयां गल्लां कर रहे हाँ तो ये
ठन ठन की आवाज़ आ रही, साडा हिरदा भांडा जिहड़ा वो ठनक रहा, पर जदों वो गल्लां करनी बंद कर दईए फिर वो जिहड़े फुरने ने अंदर ही समा जाते हैं, फिर तंग नहीं करते सन। कांसी ते धुन उपजै धुन कांसी जाई, कांसी फूटी पंडिता धुन कहाँ समाई। इत्थे भगत जी आखन लगे, कहंदे हुण की होया, पाओ की कहें दा भांडे नूं जिवें ठनकाया आवाज़ निकलती सी, ठनकाना छड़ दईए तो आवाज़ मुक जाती है। जदों वो भांडा टुट जाए जां ठनकाना बंद कर दईए आवाज़ नहीं निकलती, या तो भांडा टुट जाए या ठनकाना बंद कर दी। शरीर का मोह देह अध्यास मानो कहन का भांडा है, जिन्ना चिर ये देह अध्यास मनुख के अंदर कायम रहिंदा है। देह की पकड़, शरीर की पकड़, पदार्थां की पकड़, जदों तक साडे अंदर देह अध्यास है ना, भगत कबीर साहब कहते ने दुनिया के पदार्थ ज्ञान इंद्रियां नूं कहते ने वो की करते ने, ठोकरां मारते ने। साडे ज्ञान अंदरां नूं कहते ने दुनिया के पदार्थ, अखां नूं कहते ने पराया रूप तक, कन्नां नूं कहते ने तू जो मर्जी सुनी जा। ठोकरां मार मार कहते सुन लै की हो गया, ये काम माड़ा कर लै की हो गया। दुनियावी पदार्थ भगत कबीर साहब कहते वो सानूं ठोकरां मार के कहते कर लै कोई नहीं। जिवें माड़ी संगत जाइए ना, माड़े लोग कहते कुछ नहीं, केड़ा कोई देख रहा, अज नशा कर लै, तेरे मम्मी डैडी थोड़ी इत्थे बैठे हैं, माँ प्यो थोड़ी तेरे वेख रहे हैं, कोई नहीं कर लै अजे। इस तरह ये दुनियावी पदार्थ भगत कबीर साहब कहते ये मनुख दे इंद्रियां नूं ठोकरां लाउंदे ने, ते मन विचों तृष्णा की जिहड़ी सुर छिड़ी रहिंदी है, मन तृष्णा वाले पासे दौड़ता ही रहिंदा है। तो जदों शरीर का मोह मुक जाए ना कोई पदार्थ इंद्रियां नूं प्रेरित कर सकता है, क्योंकि जदों मोह ही मुक गया, शरीर का पकड़ ही मुक गई, लालसा ही खत्म हो गई जीवन चों। जीवन की लालसा नहीं, इन्हां पदार्थां की लालसा जिन्हें छड़ देती। तो जदों लालसा ही खत्म हो गई पदार्थां की, ये चस्के ही जीवन चों मुक गए, तो ना कोई फिर पदार्थ इंद्रियां नूं प्रेर सकता है, ना कोई ठोकर बजती है साडे मन नूं, जिहड़ा मन विकारां वाले पासे जावे, ना ही अंदर तृष्णा का राग छिड़दा है। नहीं तो तृष्णा का राग अंदर छिड़िया ही रहिंदा है। बाहरों बाहरों बंदा जो लोगों नाल गल्लां कर रहा हुंदा है, अंदर तृष्णा का राग छिड़िया हुंदा है। और ये राग इदां दा हुंदा है प्यार वाले, जिवें कि साडे घर कोई चल के आवे ना, और असी किसी काम ते जा रहे होइए और बड़े तृष्णा के अधीन होइए, बाहरों कहांगे भी बड़ा चंगा कीता, तुसीं घर विच आए, तुहाडा स्वागत है, वैलकम है, पर तृष्णा की जिहड़ी सुर अंदर छड़ रही है ना, वो कहता कम वक्त कित्थों आ गया, मैं तो अपने काम नूं चलिया सी, हुण ये सिर खावेगा, ये समा लेगा, यही हुंदा ना जी। क्योंकि अंदर तृष्णा की जिहड़ी सुर है वो छिड़ रही है अंदर, वो तंग कर रही है। कई बार तो असीं बाहरों बाहरों कह रहे होंदे हैं बड़ा चंगा होया तुसीं आ गए, पर अंदरों साडे अंदर कोई होर गल अलाप रही होंदी है, माया अपना कोई राग अलाप रही होंदी होर कोई। भगत कबीर साहब कहते हैं कि जदों जीवन के विचों शरीर का मोह मुक जाए, देह अध्यास जीवन चों खत्म हो जाए, फिर ना कोई पदार्थ इंद्रियां नूं प्रेर सकता है, ना कोई इन्हां इंद्रियां नूं ठोकर मार सकता है, ना ही अंदर की तृष्णा का राग छिड़दा है। फिर पता नहीं वो राग कहते कित्थे चला गया। कहते कासी फूटी पंडिता तुन कहाँ समाई, वो जी धुन सी ना माया वाली, वो कित्थे जाके समा गई, कहते फिर पता ही नहीं चलता। फिर अंदर जी धुन चल रही सी वो धुन मुक जाती है, पाओ कि वो जो अंदर राग अलाप रही थी तृष्णा, वो राग ही अंदरों मुक जाता है। तृष्णा बुझदी तो है, बाणी च लिखा तृष्णा बिरले की ही बुझी है, एक जोरे लाख करोरे पर को ही लुझी रे। तो गुरु साहब ने ढंग वैसे दसिया तृष्णा का, वे तृष्णा बूझै हर कै नाम, महासंतोख होवै गुरु बचनी, प्रभ स्यों लागै पूरन तिहान। नाम नाल ही बुझ सकदी, कहते होर तो कोई तरीका है नहीं। हुणे तुसीं मुख वाक सुनिया सी कि क्या गबरू क्या वृद्ध है, मनमुख तृष्णा भुख ना जाए, अंदर तृप्त संतोखिया फिर भुख ना लगे है। नानक जी गुरमुख करें सो परवान है, जो नाम रहे लिव लाए। जिहड़ा नाम च लिव ला के रखते हैं ना, जिहड़े
ਤੇ ਅੰਦਰ ਉਹਨਾਂ ਨੂੰ ਸੰਤੋਖ ਦਾ ਜਨਮ ਹੋ ਜਾਂਦਾ। ਉਹ ਜੋ ਕੁਝ ਕਰਦੇ ਨੇ ਉਹਨਾਂ ਦਾ ਕੀਤਾ ਪ੍ਰਵਾਨ ਹੈ। ਜਦੋਂ ਗੁਰੂ ਦੇ ਸਨਮੁਖ ਕੋਈ ਰਹਿੰਦਾ ਨਾ ਤੇ ਜਿਹਦੇ ਅੰਦਰ ਤ੍ਰਿਪਤੀ ਹੋ ਗਈ, ਗੁਰੂ ਦੇ ਸਨਮੁਖ ਰਹਿਣ ਵਾਲਾ ਜੋ ਕਰਦਾ ਉਹਦਾ ਕੀਤਾ ਸਭ ਕੁਝ ਪ੍ਰਵਾਨ ਹੈ। ਕਿਉਂਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਕਰੇਗਾ ਜੋ ਗੁਰੂ ਕਹੇਗਾ, ਉਹ ਆਪਣੀ ਮਨਮਰਜ਼ੀ ਨਹੀਂ ਕਰੇਗਾ ਕਿਤੇ ਵੀ। ਉਹ ਗੁਰੂ ਦੇ ਹੁਕਮ ਵਿੱਚ ਹੀ ਸਾਰੇ ਕੰਮ ਕਰੇਗਾ। ਉਹ ਆਪਣੀ ਹਉਮੈ ਦੇ ਮਗਰ ਲੱਗੇ ਨਹੀਂ, ਆਪਣੇ ਹੰਕਾਰ ਵਿੱਚ ਨਹੀਂ ਕਰੇਗਾ। ਉਹ ਗੁਰੂ ਨੇ ਜੋ ਕਹਿ ਦਿੱਤਾ ਉਹ ਕੰਮ ਕਰਦਾ ਸਿੱਖਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਤ੍ਰਿਕੁਟੀ ਸੰਦ ਮੈਂ ਪੇਖਿਆ, ਘਟ ਹੂੰ ਘਟ ਜਾਗੀ, ਐਸੀ ਬੁੱਧ ਸਮਾਚਰੀ, ਘਟ ਮਾਹੇ ਤਿਆਗੀ। ਇੱਥੇ ਤ੍ਰਿਕੁਟੀ ਅੱਖਰ ਕਿਉਂਕਿ ਜੋਗੀ ਲੋਕ ਵਰਤਦੇ ਨੇ, ਭਗਤ ਕਬੀਰ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਵਰਤਿਆ ਤੇ ਇਹ ਅੱਖਰ ਵੀ ਸਮਝਣ ਵਾਲਾ ਹੈ। ਤਿਰ ਦਾ ਅਰਥ ਹੁੰਦਾ ਤਿੰਨ, ਕੁਟੀ ਦਾ ਅਰਥ ਹੁੰਦਾ ਮੱਥੇ ਦੀਆਂ ਵਿੰਗੀਆਂ ਲਕੀਰਾਂ, ਇਹਨੂੰ ਕਹਿੰਦੇ ਤ੍ਰਿਕੁਟੀ। ਪਾਓ ਕਿ ਤਿੰਨ ਵਿੰਗੀਆਂ ਲਕੀਰਾਂ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਔਰ ਇਹ ਜਿਹੜਾ ਲਫ਼ਜ਼ ਹੈ ਇਹ ਸੰਸਕ੍ਰਿਤ ਵਿੱਚੋਂ ਆਇਆ। ਔਰ ਅਸੀਂ ਸੰਸਕ੍ਰਿਤ ਦੇ ਕੁਝ ਲਫ਼ਜ਼ ਵੇਖਦੇ ਹਾਂ, ਜਿਵੇਂ ਸੰਸਕ੍ਰਿਤ ਵਿੱਚ ਆਪਾਂ ਨਿਕਟੀ ਕਹਿੰਦੇ ਹਾਂ, ਸੇਵਕ ਕੋ ਨਿਕਟੀ ਹੋਏ, ਪੰਜਾਬੀ 'ਚ ਨੇੜੇ ਕਹਿੰਦੇ ਆ। ਸੰਸਕ੍ਰਿਤ ਦੇ ਵਿੱਚ ਅਸੀਂ ਲਫ਼ਜ਼ ਵੇਖਦੇ ਹਾਂ ਜਿਵੇਂ ਕਿ ਕਟਕ, ਕਟਕ ਦਾ ਅਰਥ ਹੈ ਕੜਾ ਸੰਸਕ੍ਰਿਤ ਵਿੱਚ, ਤੇ ਪੰਜਾਬੀ 'ਚ ਕੜਾ ਕਹਿੰਦੇ ਹਾਂ। ਇਸ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਤ੍ਰਿਕੁਟੀ, ਤੇ ਪੰਜਾਬੀ ਵਿੱਚ ਇਸ ਨੂੰ ਕਹਿੰਦੇ ਨੇ ਤਿਉੜੀ। ਆਪਾਂ ਕਹਿੰਦੇ ਮੱਥੇ ਤੇ ਤਿਉੜੀਆਂ ਪੈ ਗਈਆਂ। ਪਾਓ ਕਿ ਜਦੋਂ ਬੰਦਾ ਬੜਾ ਖਿਝਿਆ ਹੁੰਦਾ ਹੈ ਨਾ, ਦੁਖੀ ਹੁੰਦਾ ਹੈ, ਤੇ ਮੱਥੇ ਤੇ ਤਿਉੜੀਆਂ ਪਈਆਂ ਹੁੰਦੀਆਂ। ਅਸੀਂ ਕਹਿੰਦੇ ਬੜਾ ਪਰੇਸ਼ਾਨ ਹੈ, ਮੱਥੇ ਤੇ ਕਿਉਂ ਤਿਉੜੀਆਂ ਪਈਆਂ? ਕਹਿੰਦੇ ਕਬੀਰ ਸਾਹਿਬ, ਤ੍ਰਿਕੁਟੀ ਸੰਦ ਮੈਂ ਪੇਖਿਆ। ਆਓ ਆਖਣ ਲੱਗੇ, ਕਹਿੰਦੇ ਜਦੋਂ ਮਨ ਦੇ ਵਿੱਚ ਖਿੱਚ ਹੋਵੇ ਤਾਂ ਤ੍ਰਿਕੁਟੀ ਬਣ ਜਾਂਦੀ ਹੈ। ਭਾਵ ਕਿ ਮਨ ਵਿੱਚ ਖਿੱਚ ਜਿਹੜੀ ਹੁੰਦੀ ਹੈ ਨਾ, ਉਹ ਖਿੱਚ ਕਰਕੇ ਮੱਥੇ ਵਿੱਚ ਤੂੜੀਆਂ ਬਣ ਜਾਂਦੀਆਂ, ਵਿੰਗੀਆਂ ਟੇਡੀਆਂ ਲਕੀਰਾਂ ਬਣ ਜਾਂਦੀਆਂ। ਤੇ ਭਗਤ ਕਬੀਰ ਸਾਹਿਬ ਜੀ ਇੱਥੇ ਸਮਝਾਉਣ ਲੱਗੇ, ਕਹਿੰਦੇ ਹੁਣ ਮੇਰੇ ਜੀਵਨ ਵਿੱਚੋਂ, ਕਹਿੰਦੇ ਨੇ ਉਸ ਤ੍ਰਿਕੁਟੀ ਦੇ ਵਿੱਚੋਂ ਮੈਂ ਹੁਣ ਨਿਕਲ ਆਇਆ ਹਾਂ। ਪਾਓ ਕਿ ਹੁਣ ਮੇਰੇ ਜੀਵਨ 'ਚੋਂ ਖਿੱਚ ਮੁੱਕ ਗਈ ਹੈ। ਤ੍ਰਿਕੁਟੀ ਸੰਦ ਮੈਂ ਪੇਖਿਆ, ਕਹਿੰਦੇ ਮੈਂ ਉਸ ਪਰਮਾਤਮਾ ਨੂੰ ਵੇਖ ਲਿਆ। ਮੇਰੀ ਉਹ ਤਿਉੜੀ ਜਿਹੜੀ ਸੀ, ਪਾਓ ਕਿ ਮੱਥੇ ਦੀਆਂ ਵਿੰਗੀਆਂ ਲਕੀਰਾਂ ਜਿਹੜੀਆਂ ਸਨ, ਉਹ ਸੰਦ ਦਾ ਅਰਥ ਹੈ ਮੈਂ ਰੋਕ ਲਈਆਂ, ਕਾਬੂ ਵਿੱਚ ਕਰ ਲਈਆਂ, ਸਾਧ ਲਈਆਂ। ਮਨ ਨੂੰ ਖਿੱਚ ਨਹੀਂ ਚੜੇਗੀ ਤੇ ਤ੍ਰਿਕੁਟੀ ਕਦੀ ਬਣੇਗੀ ਨਹੀਂ, ਤਿਉੜੀਆਂ ਪੈਣਗੀਆਂ ਨਹੀਂ। ਖਿੱਚ ਕਰਕੇ ਤੇ ਸਾਰਾ ਮੱਥੇ ਤੇ ਤੂੜੀਆਂ ਪਈਆਂ ਹੁੰਦੀਆਂ। ਬੰਦਾ ਖਿੱਚਿਆ ਹੋਵੇ, ਬੜਾ ਪਰੇਸ਼ਾਨ ਹੋਵੇ, ਅਸੀਂ ਕਹਿੰਦੇ ਬੜਾ ਪਰੇਸ਼ਾਨ ਹੈ, ਮੱਥੇ ਤੂੜੀਆਂ ਪਈਆਂ ਤੈਨੂੰ। ਭਗਤ ਕਬੀਰ ਸਾਹਿਬ ਕਹਿੰਦੇ ਉਹ ਹੁਣ ਖਤਮ ਹੋ ਗਈਆਂ, ਕਿਉਂਕਿ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੇਖ ਲਿਆ। ਘਟ ਹੂੰ ਘਟ ਜਾਗੀ, ਕਹਿੰਦੇ ਮੈਂ ਆਪਣੇ ਘਟ ਵਿੱਚ ਹੁਣ ਜਾਗ ਗਿਆ ਹਾਂ। ਐਸੀ ਬੁੱਧ ਸਮਾਚਰੀ, ਮੇਰੇ ਅੰਦਰ ਐਸੀ ਬੁੱਧ, ਸਮਾਚਰੀ ਦਾ ਅਰਥ ਪ੍ਰਗਟ ਹੋ ਗਈ, ਉਪਜ ਪਈ। ਪਾਓ ਕਿ ਅੰਦਰ ਐਸੀ ਬੁੱਧ ਸਮਾ ਗਈ। ਇਹਨੂੰ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਐਸੀ ਮਤ ਮੇਰੇ ਹਿਰਦੇ ਵਿੱਚ ਉਪਜ ਪਈ। ਕਹਿੰਦੇ ਘਟ ਮਾਹੇ ਤਿਆਗੀ, ਆਪਣੇ ਘਟ ਵਿੱਚੋਂ ਤਿਆਗੀ ਦਾ ਅਰਥ ਹੈ ਇਹ ਵਾਸਨਾਵਾਂ ਮੈਂ ਤਿਆਗ ਦਿੱਤੀਆਂ, ਸਾਰੀ ਛੱਡ ਦਿੱਤੀਆਂ ਵਾਸਨਾਵਾਂ, ਅੰਦਰੋਂ ਤਿਆਗ ਕਰ ਦਿੱਤਾ। ਪਾਓ ਕਿ ਵਾਸਨਾਵਾਂ ਤਿਆਗਣ ਦਾ ਅਰਥ ਨਾਸ ਹੋ ਗਿਆ। ਵਾਸਨਾਵਾਂ ਜਿਹੜੀਆਂ ਵਾਸਨਾਵਾਂ ਅੰਦਰ ਪਈਆਂ ਸਨ, ਜਿਹੜੇ ਫੁਰਨੇ ਅੰਦਰ ਪਏ ਸਨ, ਉਹ ਸਾਰੇ ਜੀਵਨ 'ਚੋਂ ਖਤਮ ਹੋ ਗਏ। ਇਹ ਗੱਲ ਯਾਦ ਰੱਖਣਾ, ਜੀਵਨ ਦੁੱਖ ਦਾ ਕਾਰਨ ਵਾਸਨਾ ਹੀ ਹੈ। ਜਿਤਨੀਆਂ ਜ਼ਿਆਦਾ ਵਾਸਨਾਵਾਂ ਹੋਣਗੀਆਂ ਉਤਨੀਆਂ ਮੱਥੇ 'ਤੇ ਤੂੜੀਆਂ ਹੋਣਗੀਆਂ, ਕਿਉਂਕਿ ਮਨ ਖਿਝਿਆ ਰਹੇਗਾ, ਬੰਦਾ ਪਰੇਸ਼ਾਨ ਰਹੇਗਾ, ਮੇਰਾ ਇਹ ਕੰਮ ਨਹੀਂ ਹੋਇਆ, ਮੇਰਾ ਇਹ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਬਣਿਆ। ਕਿਉਂਕਿ ਮਨ ਦੀ ਜਿਹੜੀ ਲਾਲਸਾ ਹੈ, ਮਨ ਦੇ ਜਿਹੜੇ ਫੁਰਨੇ ਨੇ, ਉਹੀ ਸਾਨੂੰ ਤੰਗ ਕਰਦੇ ਹਨ। ਜੇ ਅਸੀਂ ਪਰਮੇਸ਼ਰ ਦੀ ਰਜ਼ਾ ਵਿੱਚ ਜੋ ਕੁਛ ਹੈ ਉਸ ਦਾ ਸ਼ੁਕਰਾਨਾ ਕਰੀਏ, ਜੋ ਨਹੀਂ ਮਿਲਿਆ ਕਹੀਏ ਪਰਮਾਤਮਾ ਤੇਰੀ ਐਸੀ ਹੀ ਮਰਜ਼ੀ ਸੀ, ਤੂੰ ਚੰਗਾ ਕੀਤਾ, ਨਹੀਂ ਦਿੱਤਾ। ਸਾਨੂੰ ਕੌਣ ਦੁਖੀ ਕਰੇਗਾ? ਕਰ ਸਕਦਾ ਕੋਈ ਦੁਖੀ? ਕੋਈ ਵੀ ਨਹੀਂ ਕਰ ਸਕਦਾ। ਪਰ ਅਸੀਂ ਕਹਿੰਦੇ ਜੋ ਮਿਲਿਆ ਉਹ ਘੱਟ ਹੈ, ਜੋ ਮਿਲਿਆ ਉਹ ਘੱਟ ਹੈ, ਅਸੀਂ ਦੁਖੀ ਹੋ ਜਾਂਦੇ ਹਾਂ। ਜੋ ਚਾਹੁੰਦੇ ਹਾਂ ਉਹ ਮਿਲਦਾ ਨਹੀਂ ਹੈ, ਅਸੀਂ ਫਿਰ ਕੀ ਕਰਦੇ ਹਾਂ? ਰੱਬ ਨੂੰ ਉਲਾਮਾ ਦਿੰਦੇ ਹਾਂ ਵੀ ਮੈਂ ਤਾਂ ਅਰਦਾਸ ਕੀਤੀ ਸੀ, ਮੈਨੂੰ ਤਾਂ ਇਹ ਚੀਜ਼ ਮਿਲੀ ਨਹੀਂ। ਗੁਰੂ ਨੇ ਤਾਂ ਸਪਸ਼ਟ ਕਹਿ ਦਿੱਤਾ ਕਿ 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਏਕ ਵੀ ਨਾ ਦੇ
दस भी हिर ले तो मूड़ा कहो कहाँ करे। ਇੱਥੇ ਸਮਝਾਉਣ ਦਾ ਅਰਥ ਹੀ ਇਹ ਹੈ ਗੁਰੂ ਸਾਹਿਬ ਜੀ ਦਾ, ਕਿਤੇ ਵਿਚਾਰ ਕਰਕੇ ਵੇਖ, ਜੋ ਤੈਨੂੰ ਰੱਬ ਜੀ ਨੇ ਦਿੱਤਾ ਉਹ ਸਭ ਕੁਝ ਖੋ ਲਵੇ, ਤੂੰ ਰੱਬ ਦਾ ਕੀ ਕਰੇਗਾ। ਜਿਹੜੀ ਤੂੰ ਮੰਗੀ ਉਹ ਤੈਨੂੰ ਨਾ ਮਿਲੇ, ਜੋ ਦਿੱਤਾ ਹੋਇਆ ਸਾਰਾ ਲੈ ਲਵੇ, ਕੁਝ ਕਰ ਸਕਦਾ ਰੱਬ ਦਾ? ਕਿਉਂ ਦੁਖੀ ਹੋ ਰਿਹਾ? ਰੱਬ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਰੱਖ, ਪਰਮੇਸ਼ਰ ਦੇ ਭਾਣੇ 'ਚ ਰੱਖ। ਤਾਈ ਮਾਰਕ ਨੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਜਿਸ ਰੱਬ ਦੇ ਅੱਗੇ ਤੇਰਾ ਜੋਰ ਨਹੀਂ ਚੱਲਦਾ ਨਾ, ਉੱਤੇ ਤਾਂ ਨਮਸਕਾਰ ਕਰਨੀ ਬਣਦੀ ਹੈ। ਬੰਦਾ ਕਹਿੰਦਾ ਨਹੀਂ ਮੈਂ ਤਾਂ ਰੱਬ ਦੇ ਅੱਗੇ ਵੀ ਅੜਨਾ, ਨਹੀਂ ਅੜ ਪਾਏਗਾ। ਰੱਬ ਜੋ ਦਿੱਤਾ ਸਾਰਾ ਖੋ ਲਵੇ, ਕੀ ਕਰੇਗਾ? ਜਿਹੜਾ ਮੰਗਿਆ ਉਹ ਵੀ ਨਾ ਦੇਵੇ, ਕਿਉਂਕਿ ਉਹਦੀ ਮਰਜ਼ੀ ਹੈ। ਹੋ ਸਕਦਾ ਤੇਰੇ ਵਾਸਤੇ ਉਹ ਚੀਜ਼ ਦੁਖਦਾਈ ਹੋਵੇ। ਵੈਸੇ ਤਾਂ ਰੱਬ ਜੋ ਚੀਜ਼ਾਂ ਸਾਨੂੰ ਨਹੀਂ ਦਿੰਦਾ, ਫਿਰ ਵੀ ਸ਼ੁਕਰਾਨਾ ਕਰਿਆ ਕਰੋ, ਰੱਬਾ ਕੋਈ ਇਸ ਦੇ ਵਿੱਚ ਵੀ ਭਲਾ ਹੋਣਾ, ਵੀ ਤੇਰਾ ਧੰਨਵਾਦ, ਇਹ ਚੀਜ਼ ਮੰਗੀ ਸੀ ਮੈਂ ਪਰ ਤੂੰ ਨਹੀਂ ਦਿੱਤੀ, ਤੇ ਤੇਰਾ ਕੋਈ ਭਲਾ ਹੋਣਾ, ਤੇਰੀ ਕੋਈ ਖੇਡ ਹੋਣੀ ਇਸ ਦੇ ਵਿੱਚ ਵੀ। ਹੋ ਸਕਦਾ ਮੈਂ ਗਲਤ ਮੰਗ ਰਿਹਾ ਹਾਂ, ਕਿਉਂਕਿ ਅਸੀਂ ਗਲਤ ਮੰਗ ਸਕਦੇ ਹਾਂ, ਪਰ ਰੱਬ ਗਲਤ ਦਿੰਦਾ ਨਹੀਂ ਹੈ। ਸਾਡੀ ਮੰਗ ਗਲਤ ਹੋ ਸਕਦੀ ਹੈ, ਰੱਬ ਦੀ ਦਾਤ ਗਲਤ ਨਹੀਂ। ਰੱਬ ਜੋ ਦਿੰਦਾ ਸਾਨੂੰ ਠੀਕ ਚੀਜ਼ਾਂ ਦਿੰਦਾ, ਸਾਡੇ ਭਲੇ ਵਾਸਤੇ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਲਾਸਟ ਪੰਕਤੀਆਂ 'ਚ ਕਹਿਣ ਲੱਗੇ, ਕਹਿੰਦੇ ਨੇ ਆਪ ਤੇ ਜਾਣਿਆ, ਕਹਿੰਦੇ ਆਪਣੇ ਆਪ ਨੂੰ ਮੈਂ ਜਾਣ ਲਿਆ। ਆਓ ਕਿ ਜਦੋਂ ਮੈਂ ਆਪਣੇ ਆਪ ਨੂੰ ਜਾਣ ਲਿਆ ਨਾ, ਤੇਜ ਸਮਾਣਾ, ਉਹ ਜਿਹੜਾ ਪਰਮਾਤਮਾ ਤੇਜ ਸਰੂਪ ਹੈ, ਮੈਂ ਆਪਣੇ ਆਪ ਨੂੰ ਜਾਣ ਲਿਆ, ਤਾਂ ਫਿਰ ਮੇਰਾ ਜਿਹੜੀ ਜੋਤ ਸੀ ਉਸ ਤੇਜ ਵਿੱਚ ਜਾ ਕੇ ਸਮਾ ਗਈ। ਜਿਹੜਾ ਉਹ ਪ੍ਰਤਾਪ ਉਸ ਪਰਮਾਤਮਾ ਦਾ, ਤੇ ਉਸ ਪ੍ਰਤਾਪ ਨੂੰ ਮੈਂ ਸਮਝ ਲਿਆ, ਉਸ ਤੇਜ ਨੂੰ ਮੈਂ ਸਮਝ ਲਿਆ, ਤੇ ਮੇਰੀ ਜਿਹੜੀ ਜੋਤ ਸੀ, ਆਪਾ ਭਾਵ ਸੀ, ਮੇਰੇ ਅੰਦਰ ਦੀ ਆਤਮਾ ਸੀ, ਉਸ ਪਰਮਾਤਮਾ ਵਿੱਚ ਜਾ ਕੇ ਸਮਾ ਗਈ। ਇਹ ਕਦੋਂ ਹੋਏਗਾ? ਜਦੋਂ ਅਸੀਂ ਆਪਣੇ ਆਪ ਨੂੰ ਸਮਝ ਲਵਾਂਗੇ, ਆਪਣੇ ਆਪ ਨੂੰ ਜਾਣ ਲਵਾਂਗੇ, ਅਸੀਂ ਕੌਣ ਹਾਂ, ਕਿੱਥੋਂ ਉਪਜੈ, ਕਹਾਂ ਰਹਿ, ਕਹਾਂ ਮਾਏ ਸਮਾਵੈ, ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੈ। ਕੀਮਤ ਕਿਸੇ ਦੀ ਪੈਂਦੀ ਹੈ ਜਦੋਂ ਜਾਣ ਲਾਂਗੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਰੱਬ ਕੀ ਹੈ? ਤੇਜ ਪ੍ਰਤਾਪ ਵਾਲਾ ਹੈ। ਤੇ ਜਦ ਤੂੰ ਆਪਣੇ ਆਪ ਨੂੰ ਜਾਣ ਲਏਂਗਾ ਨਾ, ਤਾਂ ਤੇਰੀ ਆਤਮਾ, ਕਿਉਂਕਿ ਉਸ ਦਾ ਅੰਸ਼ ਹੈ, ਉਸ ਤੇਜ ਵਿੱਚ ਜਾ ਕੇ ਸਮਾ ਜਾਏਗੀ, ਰੱਬ ਦੇ ਵਿੱਚ ਅਭੇਦ ਹੋ ਜਾਏਗੀ। ਆਪ ਤੇ ਜਾਣਿਆ ਤੇਜ ਸਮਾਣਾ, ਤੇ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਕਬੀਰ ਸਾਹਿਬ ਆਖਦੇ ਨੇ ਹੁਣ ਮੇਰਾ ਮਨ ਮੰਨ ਗਿਆ ਹੈ, ਕਿਉਂਕਿ ਗੋਬਿੰਦ ਮਨ ਮਾਨਾ, ਮੇਰੇ ਮਨ ਨੇ ਗੋਬਿੰਦ ਨੂੰ ਕਬੂਲ ਕਰ ਲਿਆ। ਪਹਿਲਾਂ ਰੱਬ ਨੂੰ ਮੰਨਦਾ ਨਹੀਂ ਸੀ, ਪਰ ਹੁਣ ਮੇਰਾ ਮਨ ਮੰਨ ਗਿਆ ਹੈ, ਕਿਉਂਕਿ ਮੇਰੇ ਮਨ ਨੇ ਉਸ ਰੱਬ ਨੂੰ ਕਬੂਲ ਕਰ ਲਿਆ ਹੈ। ਕਬੂਲ ਕਦੋਂ ਕਰਿਆ? ਜਦੋਂ ਕਿ ਆਪ ਤੇ ਜਾਣਿਆ, ਜਦੋਂ ਆਪਣੇ ਆਪ ਨੂੰ ਜਾਣ ਲਿਆ, ਆਪਣਾ ਆਪਾ ਭਾਵ ਸਮਝ ਲਿਆ, ਮੈਂ ਕੀ ਹਾਂ, ਮੈਂ ਕਿਹਦੀ ਅੰਸ਼ ਹਾਂ, ਮੇਰਾ ਸਫ਼ਰ ਕੀ ਹੈ, ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ। ਜਦੋਂ ਆਪਣੇ ਆਪ ਦੀ ਸੋਝੀ ਆ ਗਈ, ਜਦੋਂ ਸਮਝ ਆਈ, ਕਹਿੰਦੇ ਤੇਰਾ ਆਪਣਾ ਇੱਥੇ ਕੁਝ ਵੀ ਨਹੀਂ, ਤੂੰ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦੀ ਕਰਕੇ ਤੇਰੀ ਹੋਂਦ ਹੈ। ਕਹੋ ਕਬੀਰ ਹਮ ਰਾਮ ਕੀ ਅੰਸ਼, ਅਸੀਂ ਉਸ ਪਰਮਾਤਮਾ ਦੀ ਅੰਸ਼ ਹਾਂ। ਜਦੋਂ ਆਪਣੇ ਅਸਲੇ ਨੂੰ ਪਹਿਚਾਣ ਲਵਾਂਗੇ ਤੇ ਉਸ ਵਿੱਚ ਜਦੋਂ ਸਮਾ ਜਾਵਾਂਗੇ ਨਾ, ਫਿਰ ਉਸ ਗੋਬਿੰਦ ਨੂੰ ਅਸੀਂ ਮੰਨ ਲਵਾਂਗੇ। ਸਾਡਾ ਮਨ ਕਬੂਲ ਕਰ ਲਏਗਾ ਵੀ ਰੱਬ ਤੇਰੇ ਤੋਂ ਬਿਨਾਂ ਕੋਈ ਨਹੀਂ। ਫਿਰ ਸਾਡਾ ਮਨ ਕਹੇਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਤੋਂ ਬਿਨਾਂ ਕੋਈ ਹੈ ਹੀ ਨਹੀਂ। ਤੇ ਜਦੋਂ ਇਹ ਗੱਲ ਮਨ ਨੇ ਕਬੂਲ ਕਰ ਲਈ, ਇਹ ਮਨ ਮੰਨ ਜਾਏਗਾ। ਅਸੀਂ ਕਹਿੰਦੇ ਸਾਡਾ ਮਨ ਨਹੀਂ ਮੰਨਦਾ। ਕਬੀਰ ਸਾਹਿਬ ਨੇ ਬੜਾ ਸਪਸ਼ਟ ਆਖਿਆ, ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਕਹਿ ਸਕਦੇ ਹੁਣ ਮੈਂ ਜਾਣ ਲਿਆ ਹੈ, ਤੇ ਜਦੋਂ ਤੋਂ ਜਾਣ ਲਿਆ ਉਦੋਂ ਤੋਂ ਮੇਰਾ ਮਨ ਮੰਨ ਗਿਆ। ਅੱਲਾ ਜਦੋਂ ਤੱਕ ਜਾਣਾਂਗੇ ਨਹੀਂ, ਮਨ ਨਹੀਂ ਮੰਨੇਗਾ। ਪਰ ਜਦੋਂ ਉਸ ਗੋਬਿੰਦ ਨੂੰ ਜਾਣ ਲਵਾਂਗੇ ਨਾ, ਤਾਂ ਸਾਡਾ ਮਨ ਮੰਨ ਜਾਏਗਾ। ਔਰ ਫਿਰ ਇੱਕ ਹੋਰ ਬੇਨਤੀ ਕਰਾਂ, ਜਿਸ ਦਿਨ ਸਾਡਾ ਮਨ ਉਸ ਗੋਬਿੰਦ ਤੋਂ ਪ੍ਰਭਾਵਿਤ ਹੋ ਗਿਆ, ਰੱਬ ਦੀ ਗੱਲ ਨੂੰ ਮੰਨ ਗਿਆ, ਸਮਝ ਲਿਆ ਵੀ ਮੈਂ ਜੋਤ ਸਰੂਪ ਹਾਂ, ਪਰਮਾਤਮਾ ਦੀ ਜੋਤ ਦਾ ਹਿੱਸਾ ਹਾਂ, ਫਿਰ ਸਾਨੂੰ ਬਾਹਰ ਦੇ ਪਾਖੰਡ ਕਰਨ ਦੀ ਲੋੜ ਨਹੀਂ ਪਏਗੀ। ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ।
ਭਗਤ ਕਬੀਰ ਸਾਹਿਬ ਕਹਿੰਦੇ ਮੇਰਾ ਮਨ ਮੰਨ ਗਿਆ ਪਰ ਲੋਕ ਨਹੀਂ ਪਤੀਦੇ, ਕਿਉਂਕਿ ਲੋਕ ਤਾਂ ਬਾਹਰ ਦੇ ਕਰਮ ਕਾਂਡ ਤੋਂ ਪਤੀਦੇ ਹਨ। ਵੀ ਇਹ ਤਾਂ ਕਬੀਰ ਨਾ ਤਾਂ ਜਨੇਊ ਪਾਉਂਦਾ ਹੈ, ਨਾ ਮੱਥੇ ਤੇ ਤਿਲਕ ਲਾਉਂਦਾ ਹੈ, ਨਾ ਹੀ ਇਹ ਗੰਗਾ ਦਾ ਇਸ਼ਨਾਨ ਕਰਦਾ। ਲੋਕ ਤਾਂ ਇਹਨਾਂ ਕੰਮਾਂ ਤੋਂ ਪਤੀਦੇ, ਬਾਹਰ ਦੀ ਕਰਿਆ ਤੋਂ। ਧਾਰਮਿਕ ਨੂੰ ਸਮਝਦੇ ਲੋਕ, ਜਿਹੜਾ ਕਿ ਧਾਰਮਿਕ ਸਥਾਨਾਂ 'ਤੇ ਆ ਕੇ ਧਰਮੀ ਹੋਣ ਦਾ ਜ਼ਿਆਦਾ ਵਿਖਾਵਾ ਕਰਦਾ, ਉਹਨੂੰ ਬੰਦਾ ਸੋਚਦਾ ਵੀ ਇਹ ਬੜਾ ਧਰਮੀ ਹੈ ਯਾਰ। ਜਿਹੜਾ ਕਿ ਤੀਰਥਾਂ 'ਤੇ ਜਾਂਦਾ, ਹਰ ਮਹੀਨੇ ਵੀ ਦਰਬਾਰ ਸਾਹਿਬ ਮੈਂ ਜਾਂਦਾ। ਕਈ ਬੰਦੇ ਮੈਨੂੰ ਕਹਿੰਦੇ ਜੀ ਅਸੀਂ ਤਾਂ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ। ਮੁਬਾਰਕ ਹੈ, ਦਰਬਾਰ ਸਾਹਿਬ ਜਾਓ, ਪਰ ਗੁਰੂ ਦਾ ਹੁਕਮ ਵੀ ਤਾਂ ਮੰਨ ਕੇ ਆਓ। ਸ਼ਰਾਬ ਪੀਣੀ ਅਜੇ ਨਹੀਂ ਛੱਡੀ, ਮਾੜੇ ਕੰਮ ਅਜੇ ਨਹੀਂ ਛੱਡੇ, ਦਾੜੀਆਂ ਕਾਲੀਆਂ ਕਰਨੇ ਅਜੇ ਨਹੀਂ ਛੱਡੀਆਂ, ਹੋਰ ਜਿਹੜੇ ਕੰਮ ਛੱਡਣੇ ਸਾਨੂੰ ਅਜੇ ਨਹੀਂ ਛੱਡੇ। ਉੱਥੇ ਦੇ ਉੱਥੇ ਹੀ ਖਲੋਤੇ ਹੋਏ ਹੋ। ਹਰ ਮਹੀਨੇ ਜਾ ਕੇ ਖੱਟਿਆ ਕੀ ਹੈ? ਚੇਂਜਿੰਗ ਕੀ ਆਈ ਗੁਰੂ ਦੇ ਦਰ 'ਤੇ ਜਾ ਕੇ? ਕੁਝ ਤਾਂ ਬਦਲਾਅ ਹੋਣਾ ਚਾਹੀਦਾ ਜੀਵਨ ਦੇ ਅੰਦਰ। ਬਦਲਾਅ ਤਾਂ ਕੋਈ ਆਇਆ ਨਹੀਂ। ਉਹ ਤਰਕ ਹੈ ਵੀ ਹਰ ਮਹੀਨੇ ਮੈਂ ਤਾਂ ਜੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਾਂਦੇ ਹਾਂ। ਅਸੀਂ ਤਾਂ ਦਰਸ਼ਨਾਂ ਦਾ ਅਰਥ ਹੀ ਇਹ ਸੀ, ਅਸੀਂ ਲੋਕਾਂ ਦੇ ਉੱਤੇ ਤਾਂ ਪ੍ਰਭਾਵ ਪਾ ਲਿਆ। ਲੋਕ ਕਹਿੰਦੇ ਨੇ ਵੀ ਬੜੇ ਗੁਰਮੁਖ ਨੇ, ਦੇਖੋ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ ਨੇ। ਸਾਡੀ ਕਿਸਮਤ ਕਿੱਥੇ? ਅਸੀਂ ਤਾਂ ਕਹਿੰਦੇ ਫਿਰ ਸਾਡੀ ਕਿਸਮਤ ਕਿੱਥੇ ਦਰਬਾਰ ਸਾਹਿਬ ਜਾਣ ਦੀ? ਅਸੀਂ ਤਾਂ ਜਾ ਹੀ ਨਹੀਂ ਸਕਦੇ, ਇਹ ਤਾਂ ਹਰ ਮਹੀਨੇ ਜਾਂਦੇ ਨੇ। ਉਹਨਾਂ ਦੀ ਕਿਸਮਤ ਫਿਰ ਸਾਨੂੰ ਚੰਗੀ ਲੱਗਦੀ ਹੈ। ਬੋਤਲ ਹੱਥ ਤੋਂ ਨਹੀਂ ਗਿਰਦੀ ਉਹਨਾਂ ਦੇ ਆ ਕੇ, ਮਾਫ਼ ਕਰਨਾ। ਮਾੜੇ ਕੰਮ ਉਹ ਛੱਡਦੇ ਕੋਈ ਨਹੀਂ। ਝੂਠ ਬੋਲਣਾ ਉਹ ਨਹੀਂ ਛੱਡਦੇ, ਨਿੰਦਾ ਚੁਗਲੀ ਉਹ ਨਹੀਂ ਛੱਡਦੇ, ਮਾੜੇ ਕੰਮ ਕੋਈ ਉਹ ਛੱਡਦੇ ਨਹੀਂ। ਸੰਤੋਖ ਉਹਨਾਂ ਦੇ ਜੀਵਨ 'ਚ ਨਹੀਂ, ਖਿਮਾ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ। ਵੀ ਕਿਸੇ ਨੇ ਕੋਈ ਗਲਤੀ ਕਰ ਦਿੱਤੀ ਔਰ ਖਿਮਾ ਕਰਦੀ, ਉਹ ਵੀ ਕੋਈ ਨਹੀਂ ਉਹਨਾਂ ਦੇ ਜੀਵਨ। ਤਰਕ ਸਾਡਾ ਇਹ ਵੀ ਕਬੀਰ ਸਾਹਿਬ ਕਹਿੰਦੇ ਲੋਕ ਬਾਹਰ ਦੇ ਕਰਮਾਂ ਤੋਂ ਪਤੀਤੇ ਹੈ, ਅਤੇ ਮੈਂ ਆਪਣਾ ਜਿਹੜਾ ਜੀਵਨ ਜੀ ਰਿਹਾ ਨਾ, ਜਾਂ ਜੋ ਗੱਲ ਮੈਨੂੰ ਹੁਣ ਸਮਝ ਆ ਗਈ ਹੈ, ਮੈਂ ਹੁਣ ਲੋਕਾਂ ਨੂੰ ਪਤੀਜਣ ਵਾਸਤੇ ਨਹੀਂ ਇਹ ਕਰਮ ਕਰ ਰਿਹਾ। ਪਾਓ ਕਿ ਮੇਰਾ ਮਨ ਨਹੀਂ ਮੈਂ ਲੋਕਾਂ ਨੂੰ ਪ੍ਰਭਾਵਿਤ ਕਰਾਂ, ਕਿਉਂਕਿ ਲੋਕ ਬੜੀ ਛੇਤੀ ਪ੍ਰਭਾਵਿਤ ਹੋ ਜਾਂਦੇ। ਪਿਆਰ ਵਾਲਿਓ, ਦੋ ਗਿਆਨ ਦੀਆਂ ਗੱਲਾਂ ਕਰ ਲਈਏ, ਲੋਕ ਕਹਿੰਦੇ ਤੁਸੀਂ ਤਾਂ ਬੜੇ ਗਿਆਨੀ ਹੋ। ਨਹੀਂ ਨਹੀਂ, ਗਿਆਨ ਦੀਆਂ ਗੱਲਾਂ ਨਹੀਂ। ਗੁਰੂ ਸਾਹਿਬ ਨੇ ਇਹ ਨਹੀਂ ਵੇਖਣਾ। ਲੋਕਾਂ ਨੂੰ ਪ੍ਰਭਾਵਿਤ ਕਰਕੇ ਰੱਬ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਵਾਂਗੇ ਅਸੀਂ। ਅੰਤਰ ਮੈਲ ਜੇ ਤੀਰਥ ਨਾਮ ਹੈ, ਤਿਸ ਵੈਕੁੰਠ ਨਾ ਜਾਣਾ। ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਇਹ ਆਨਾ। ਰਾਮ ਅਣਜਾਣ ਨਹੀਂ ਹੈ, ਸਾਡਾ ਮਾਲਕ ਅਣਜਾਣ ਨਹੀਂ ਹੈ। ਹੋ ਸਕਦਾ ਲੋਕ ਪਤੀ ਜਾਣ, ਲੋਕ ਪ੍ਰਭਾਵਿਤ ਹੋ ਜਾਣ, ਪਰ ਗੱਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ। ਕਵੀ ਸਾਹਿਬ ਕਹਿੰਦੇ ਮੈਂ ਲੋਕਾਂ ਨੂੰ ਪਤਿਆਣ ਵਾਸਤੇ, ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਨਹੀਂ। ਲੋਕ ਮੈਨੂੰ ਧਰਮੀ ਕਹਿਣ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਇਹ ਨਹੀਂ ਪਤੀਜੈ ਫਿਰ ਕੀ ਕਹਿਣਾ ਉਹਨਾਂ ਨੂੰ? ਕੀ ਕਰੀਏ ਫਿਰ? ਕਿਉਂਕਿ ਸਾਡਾ ਧਰਮ ਦਾ ਸਾਰਾ ਜ਼ੋਰ, ਮਾਫ਼ ਕਰ ਦੇਣਾ, ਸਾਡਾ ਲੋਕ ਦੂਜਿਆਂ ਨੂੰ ਪ੍ਰਭਾਵਿਤ ਕਰਨ 'ਤੇ ਜਦੋਂ ਤੱਕ ਲੱਗਿਆ ਰਹੇਗਾ ਵੀ ਲੋਕਾਂ ਦੀ ਨਜ਼ਰ ਵਿੱਚ ਧਰਮੀ ਹੋਈਏ, ਅੰਦਰੋਂ ਧਰਮ ਹੈ ਕਿ ਨਹੀਂ ਹੈ। ਬਾਹਰ ਜਾ ਕੇ ਲੋਕਾਂ ਨੂੰ ਵਿਖਾਈਏ ਵੀ ਦੇਖੋ ਅਸੀਂ ਕਿਤਨੇ ਗੁਰਸਿੱਖ ਹਾਂ। ਘਰ ਵਿੱਚ ਅਸੀਂ ਜੋ ਇੱਕ ਦੂਜੇ ਨਾਲ ਨਫ਼ਰਤ ਨਹੀਂ ਛੱਡਦੇ, ਕਲਕੇਸ਼ ਨਹੀਂ ਛੱਡਦੇ, ਝਗੜਾ ਨਹੀਂ ਛੱਡਦੇ, ਮੇਰ ਤੇਰ ਨਹੀਂ ਛੱਡਦੇ, ਹਉਮੈ ਹੰਕਾਰ ਵਿੱਚ ਹੀ ਅਫਰੇ ਰਹਿੰਦੇ ਹਾਂ, ਔਰ ਬਾਹਰ ਜਾ ਕੇ ਲੋਕਾਂ ਵਿੱਚ ਅਸੀਂ ਮਿੱਠੇ ਬੋਲਦੇ ਹਾਂ, ਤਾਂ ਸਮਝ ਲਓ ਸਾਡੇ ਕੋਲ ਧਰਮ ਉਰਮ ਕੋਈ ਨਹੀਂ ਹੈ। ਪਹਿਲਾਂ ਪਰਿਵਾਰ ਦੇ ਨਾਲ ਸੰਬੰਧ ਬਣਾਓ। ਪਹਿਲਾਂ ਜਿਸ ਘਰ 'ਚ ਰਹਿ ਰਹੇ ਉਸ ਘਰ ਨੂੰ ਸਵਰਗ ਬਣਾਓ। ਦੁਨੀਆ ਨੂੰ ਖੁਸ਼ ਕਰਨ ਨਾਲ ਰੱਬ ਨੇ ਖੁਸ਼ ਨਹੀਂ ਹੋਣਾ। ਸੋ ਕਬੀਰ ਸਾਹਿਬ ਨੇ ਜਿਹੜੀ ਥਿਉਰੀ ਅੱਜ ਦੇ ਸ਼ਬਦ ਵਿੱਚ ਜਿਹੜੀ ਗੱਲਾਂ ਸਾਡੇ ਸਾਹਮਣੇ ਰੱਖੀਆਂ, ਉਹਦਾ ਸਿਧਾਂਤ ਹੀ ਇਹ ਹੈ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਆਪਣੇ ਆਪ ਨੂੰ ਜਾਣ ਲਿਆ, ਉਸ ਤੇਜ ਵਿੱਚ ਮੇਰੀ ਜੋਤ ਸਮਾ ਗਈ, ਅਤੇ ਹੁਣ ਗੋਬਿੰਦ ਨੇ ਮੇਰੇ ਮਨ ਨੂੰ ਕਬੂਲ ਕਰ ਲਿਆ। ਕਿਉਂਕਿ ਜਿਸ ਨਾਲ ਮਨ ਕਬੂਲ ਕਰ ਲਿਆ, ਖੇਡ ਉਸ ਦਾ ਬਣੇਗੀ। ਵਚਨ ਕਹਿ ਕੇ ਸਮਾਪਤੀ ਕਰਾਂ। ਮਰ ਕਹਿੰਦੇ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। ਸਾਚੇ ਸਾਹਿਬ ਸੋ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਕਹਿ ਮਾਰੇ ਕਹਿੰਦੇ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰਾਂ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਤੇ ਆਈ। ਮਾਰ ਕਹਿੰਦੇ ਇਸ ਕਰਕੇ ਮੈਂ ਨਿਤਾ ਪ੍ਰਤੀ ਨਾਮ ਤੇ ਆਉਣਾ, ਕਿਉਂਕਿ ਤੇਰੀ ਵਡਿਆਈਆਂ ਮੈਨੂੰ ਹੈਰਾਨ ਕਰ ਦਿੰਦੀਆਂ। ਇਤਨੇ ਬਚਨ ਪ੍ਰਵਾਨ। ਗੁਰੂ ਭਲੀ ਕਰੇ, ਸਰਬਤ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਦਾ ਹੱਥ ਰੱਖਣ। ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ। ਸੰਗਤਾਂ ਪ੍ਰਤੀ ਬੇਨਤੀ ਹੈ, ਕੱਲ੍ਹ 8 ਵਜੇ ਸਵੇਰੇ ਸ੍ਰੀ